ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬੜੇ ਕਰੀਬੀ ਹੋ, ਜਿਹੜਾ ਉਹਨਾਂ ਦਾ ਪੰਜਾਬ ਮਾਡਲ 'ਚ ਤੁਹਾਡਾ ਕਿੰਨਾ ਕੁ ਯੋਗਦਾਨ ਹੈ? ਕਹਿੰਦੇ ਉਸ ਕੋਲ ਕੋਈ ਚੰਗੀ ਚੀਜ਼ ਲੈ ਕੇ ਆਉਂਦੇ ਜੇ ਥੋੜਾ ਲੀਡਰ ਕਰਪਟ ਹੈ ਜਾਂ ਕੋਈ ਕੰਪਰੋਮਾਈਜ਼ ਹੈ ਕਿਸੇ ਕਾਰਨ, ਉਹ ਉਸ ਚੀਜ਼ ਨੂੰ ਪੂਰੀ ਨਹੀਂ ਕਰਨਾ ਚਾਹੇਗਾ। ਸਿੱਧੂ ਸਾਹਿਬ ਬਾਰੇ ਖਾਸ ਇੱਕ ਤਾਂ ਬਹੁਤ ਤਰਕਸ਼ੀਨ ਨੇ, ਪਰ ਉਹਨਾਂ ਬਾਰੇ ਖਾਸ ਚੀਜ਼ ਇਹ ਹੈ ਕਿ ਉਹ ਕੋਈ ਉਹਨਾਂ ਨੂੰ ਚੰਗੀ ਚੀਜ਼ ਕਰਨੀ ਹੋਵੇ ਉਹ ਪਰਵਾਹ ਨਹੀਂ ਮੰਨਦੇ ਕਿਸੇ ਦੀ। ਕਾਂਗਰਸ ਦੇ ਵਿੱਚੋਂ ਵੀ ਦਮਨ ਸਿੰਘ ਬਾਜਵਾ ਦੇ ਮੈਂ ਇੰਟਰਵਿਊ ਕਰ ਰਿਹਾ ਸੀ, ਉਹ ਕਹਿੰਦੇ ਕਿ ਆਪਣੇ ਭਤੀਜੇ ਨੂੰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਅਮਰਗੜ੍ਹ ਫਿੱਟ ਕਰਨ ਦੇ ਲਈ ਤੇ ਮਾਨ ਸਾਹਿਬ ਨੂੰ ਉੱਥੇ ਭੇਜਤਾ। ਪਾਰਟੀ ਨੇ ਮੇਰਾ ਕੰਮ ਦੇਖ ਕੇ, ਸਭ ਕੁਝ ਦੇਖ ਕੇ ਆਪਣੇ ਸਕਿੱਲ 'ਚ ਮੈਨੂੰ ਭੇਜਿਆ, ਕਿਉਂਕਿ ਮੇਰੇ ਫਾਦਰ ਦਾ 15 ਸਾਲ ਸਿਆਸੀ ਜੀਵਨ ਇੱਥੇ ਰਿਹਾ, ਉਹਨਾਂ ਨੇ ਇੱਥੇ ਕੰਮ ਕੀਤਾ, ਪਿੰਡ ਪਿੰਡ 'ਚ ਆਵਾਜ਼ ਆਉਂਦੀ। ਉਸ ਤੋਂ ਬਾਅਦ ਦਾ ਅਗਲਾ 15 ਸਾਲ ਦਾ ਮੇਰਾ ਜੀਵਨ ਤੁਸੀਂ ਦੇਖਿਆ ਹੀ ਹੈ। ਸਾਰੀ ਸੜਕ ਤੇ ਪੂਰੇ ਟੋਏ ਨੇ, ਟੁੱਟੀਆਂ ਹੋਈਆਂ ਨੇ, ਹਿੱਲੀ ਜਾ ਰਹੇ ਨੇ। ਇਹ ਵਿਕਾਸ ਹੈ ਕਿਉਂਕਿ ਕਾਂਗਰਸ ਤੇ ਮਾਨ ਸਾਹਿਬ ਇੱਥੇ ਰਹੇ ਨੇ। ਕੋਆਪਰੇਟਿਵ ਦੀ ਤਾਕਤ ਸਾਰੀ ਅਫਸਰਾਂ ਕੋਲ ਹੈ ਪੰਜਾਬ 'ਚ। ਤੁਸੀਂ ਮਿਲਕਫੈਡ ਦੇਖੋ, ਵੇਰਕਾ ਦੇਖੋ, ਮਾਰਕੀਟ ਦੇਖੋ, ਬਿਊਰੋਕ੍ਰੇਸੀ ਉਹਨੂੰ ਕੰਟਰੋਲ ਕਰਦੀ ਹੈ। ਉਹਨੂੰ ਬਣਾਉਣਾ, ਉਹਨੂੰ ਬੰਦ ਕਰਨਾ, ਉਹਦੇ ਅੰਦਰ ਸਾਰੇ ਫੈਸਲੇ ਅਫਸਰਸ਼ਾਹੀ ਲੈਂਦੀ ਹੈ। ਜਿਹੜੇ ਲੋਕਾਂ ਦੀ ਹਿੱਸੇਦਾਰੀ ਹੈ, ਜਿਹੜੇ ਦੁੱਧ ਲੈ ਕੇ ਆਉਂਦੇ ਨੇ, ਭਾਵੇਂ 1 ਲੀਟਰ ਲੈ ਕੇ ਆਉਂਦੇ ਨੇ, ਭਾਵੇਂ 100 ਲੀਟਰ ਲੈ ਕੇ ਆਉਂਦੇ ਨੇ, ਉਹਨਾਂ ਦੀ ਜੋ ਹਿੱਸੇਦਾਰੀ ਬਣੇਗੀ, ਉਹਨਾਂ ਦੀ ਮਾਲਕੀਅਤ ਬਣੇਗੀ ਤੇ ਦੁੱਧ ਦੀ ਕੁਆਲਿਟੀ ਬੈਟਰ ਹੋਏਗੀ। ਦੁੱਧ ਲੈ ਕੇ ਆਉਣ ਵਾਲੇ ਨੂੰ ਜ਼ਿਆਦਾ ਰੇਟ ਮਿਲੂਗਾ ਤੇ ਦੁੱਧ ਖਰੀਦਣ ਵਾਲੇ ਨੂੰ ਜ਼ਿਆਦਾ ਰੇਟ ਮਿਲੂਗਾ। ਪੰਜਾਬ ਸਰਕਾਰ ਦੇ ਮਾਰਕੀਟ ਤੇ ਪਨਸਪ ਬਾਹਰੋਂ ਦਾਲਾਂ ਮੰਗਾਉਂਦੇ ਨੇ। 70% ਤੇਲ ਬੀਜ, ਤੇਲ ਜਿਹੜਾ ਕੁਕਿੰਗ ਆਇਲ ਆਪਾਂ, ਉਹ ਬਾਹਰੋਂ ਆਉਂਦਾ। ਪੰਜਾਬ ਦੋਨੋਂ ਚੀਜ਼ਾਂ ਉਗਾ ਸਕਦਾ, ਉਹਨਾਂ ਪੰਜਾਬ ਦਾ ਪਾਣੀ ਵੀ ਬਚੂਗਾ, ਕਿਸਾਨੀ ਵੀ ਜ਼ਿਆਦਾ, ਲੇਬਰ ਵੀ ਲੱਗੂਗਾ। ਪਰ ਪੰਜਾਬ ਕਿਉਂ ਨਹੀਂ ਕਰ ਰਿਹਾ? ਤੁਸੀਂ ਇਹ ਸਮਝੋ ਕਿ ਅਸੀਂ ਉਹ ਪੂਰੀ ਕੈਪਟਨ ਸਰਕਾਰ ਦੇ ਖਿਲਾਫ ਕਿਉਂ ਲੜਦੇ ਰਹੇ? ਕਿਉਂਕਿ ਉਹ ਪੰਜਾਬ ਨੂੰ ਬਾਦਲਾਂ ਨਾਲ ਮਿਲ ਕੇ ਖਤਮ ਕਰਨ ਲੱਗੇ ਸੀ। ਕੈਪਟਨ ਸਾਹਿਬ ਉਹ ਕਰ ਰਹੇ ਸੀ, ਉਹ ਆਪਣੇ ਵਾਅਦਿਆਂ ਤੇ ਪੂਰੇ ਨਹੀਂ ਉਤਰੇ। ਕਾਂਗਰਸ ਪਾਰਟੀ ਨੇ ਫੈਸਲਾ ਲਿਆ ਉਹਨੂੰ ਹਟਾਉਣ ਦਾ। 4 ਸਾਲ ਜਿਹੜੇ ਲੋਕਾਂ ਦੇ ਨਾਲ ਤੁਸੀਂ ਕਹਿ ਰਹੇ ਹੋ ਧੋਖਾ ਹੋਇਆ, ਧੱਕਾ ਹੋਇਆ, ਉਹਦੀ ਭਰਪਾਈ ਕਿਵੇਂ ਹੋਊਗੀ? ਸਿੱਧੂ ਸਾਹਿਬ ਪਹਿਲੀ ਕੈਬਨਿਟ ਮੀਟਿੰਗ 2017 ਦੀ, ਪਹਿਲੀ ਕੈਬਨਿਟ ਮੀਟਿੰਗ ਮਾਰਚ 2017 ਦੀ, ਸ਼ਰਾਬ ਦੀ ਪਾਲਿਸੀ ਲੈ ਕੇ ਆਏ ਸੀ। ਕਿਉਂ ਲੈ ਕੇ ਆਏ ਸੀ? ਕਿਉਂਕਿ ਮੈਂ ਉੱਥੇ ਦੂਸਰੇ ਵਿਕਾਸ ਦੇ ਏਜੰਡੇ ਲੈ ਕੇ ਆਣਾ। ਪੰਜਾਬ ਕੋਲੇ ਆਮਦਨ ਨਹੀਂ ਹੈ। ਅਸਲ ਇਸ਼ੂ ਹੈ ਕਿ ਆਮਦਨ ਨਹੀਂ ਹੈ। ਆਮਦਨ ਕਿੱਥੋਂ ਆਏਗੀ? ਆਪਕੋ ਆਮ ਆਦਮੀ ਪਾਰਟੀ ਵਾਲੇ ਤਾਂ ਕਹਿ ਦਿੰਦੇ ਨੇ ਕਿ ਭਗਵੰਤ ਮਾਨ ਜੀ ਕਹਿੰਦੇ ਨੇ ਕਿ 20,000 ਕਰੋੜ 30,000 ਕਰੋੜ ਸੈਂਡ ਮਾਈਨਿੰਗ ਤੋਂ ਆਏਗਾ। ਤੁਸੀਂ ਅਸਲ ਵਿੱਚ ਜਾ ਕੇ ਦੇਖੋ, ਉੱਥੇ ਤਾਂ 1200-2000 ਕਰੋੜ ਤੋਂ ਉੱਪਰ ਪੈਸਾ ਹੀ ਨਹੀਂ ਹੈਗਾ। ਪੰਜਾਬ ਨੂੰ ਕਦੇ ਡਰਾਈ ਸਟੇਟ ਨਹੀਂ ਬਣਾਇਆ ਜਾ ਸਕਦਾ? ਸ਼ਰਾਬ ਵੀ ਇੱਕ ਰੋਡ ਮੈਪ ਹੈ ਪੰਜਾਬ ਤੋਂ ਰੈਵਨਿਊ ਇਕੱਠਾ। ਨਹੀਂ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਅਸੀਂ ਉਹ ਬਣਾਵਾਂਗੇ, ਸਾਈਟਾਂ ਖੋਲ ਦਾਂਗੇ, ਉੱਥੇ ਸਾਰਾ ਕੁਝ ਹੋਊਗਾ ਜਿਸ ਤਰ੍ਹਾਂ ਮੈਂ ਦਿੱਲੀ 'ਚ ਕੀਤਾ। ਯਾਰ ਕੇਜਰੀਵਾਲ ਸਾਹਿਬ ਦਾ ਜਿਹੜਾ ਮਾਡਲ ਹੈ ਨਾ, ਉਹ ਸਾਡਾ ਫੋਟੋਕਾਪੀ ਕੀਤਾ ਮਾਡਲ ਹੈ। ਇੱਥੇ ਤੁਸੀਂ ਅਮਰਗੜ੍ਹ ਵੀ ਦੇਖੋ, ਕਰਪਸ਼ਨ ਦਾ ਕਾਫੀ ਵੱਡਾ ਮੁੱਦਾ। ਠੀਕ ਹੈ, ਹੁਣ ਕੋਈ ਉਸ ਨਾਲ ਕਹੇ ਕਿ ਮੈਂ ਕੰਪਰੋਮਾਈਜ਼ ਕਰਦਾ, ਮੈਂ ਕੰਪਰੋਮਾਈਜ਼ ਨਹੀਂ ਕਰ ਸਕਦਾ। ਕੁਝ ਚੀਜ਼ਾਂ ਨੇ ਜਿੱਥੇ ਬੰਦੇ ਨੂੰ ਜਿੱਦੀ ਹੋਣਾ ਪੈਂਦਾ। ਕੋਈ ਬਿਊਰੋਕ੍ਰੇਸੀ, ਕੋਈ ਅਫਸਰ, ਕੋਈ ਵੀ ਇਨਸਾਨ ਕਿਸੇ ਵੀ ਅਹੁਦੇ 'ਤੇ ਹੋਵੇ, ਉਹ ਪੈਸੇ ਲਵੇ ਕਿਸੇ ਕੰਮ ਵਾਸਤੇ, ਉਹਦੇ ਖਿਲਾਫ ਤਾਂ ਆਵਾਜ਼ ਚੱਕਣੀ ਪਏਗੀ, ਲੜਨਾ ਪਏਗਾ। ਗੁਰੂ ਕਿਹਨੂੰ ਮੰਨਦੇ ਹੋ? ਮੈਂ ਸਿਆਸਤ ਗੁਰੂ ਆਪਣੇ ਫਾਦਰ ਸਾਹਿਬ ਨੂੰ ਮੰਨਦਾ। ਮੈਂ ਬਚਪਨ ਤੋਂ ਉਹਨਾਂ ਦੀ ਮੈਂ ਇੱਥੇ ਆਇਆ ਨਾ ਭਾਜੀ, ਤੇ 127 ਪਿੰਡ ਨੇ, ਤੇ ਮੈਨੂੰ ਲੱਗਦਾ ਹੈ ਕਿ ਮੇਰੇ 127 ਪਿੰਡਾਂ ਚੋਂ 120 ਪਿੰਡਾਂ ਦੇ ਸਰਪੰਚ ਮੁੜਵਰ ਲੋਕ, ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਤੇ ਮੈਨੂੰ ਇਹ ਕਿਹਾ ਕਿ ਯਾਰ ਤੇਰੇ ਫਾਦਰ ਨੇ ਜਿਹੜੇ ਕੰਮ ਕਰਾ ਕੇ ਗਏ ਤੇ ਅੱਜ ਤੱਕ ਦੁਬਾਰਾ ਨਹੀਂ ਹੋਏ। ਦੋਸਤੋ, ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ੈਸ਼ਵ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਤੇ ਅਸੀਂ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਉੱਥੇ ਦੇ ਉਮੀਦਵਾਰਾਂ ਦੇ ਤੁਹਾਨੂੰ ਰੂਬਰੂ ਕਰ ਰਹੇ ਹਾਂ। ਅੱਜ ਪਹੁੰਚੇ ਹਾਂ ਹਲਕਾ ਅਮਰਗੜ੍ਹ ਦੇ ਵਿੱਚ ਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਸਮਿਤ ਸਿੰਘ, ਜੋ ਸ਼ੂਟਰ ਵੀ ਨੇ ਪੰਜਾਬ ਦੇ ਲਈ, ਦੇਸ਼ ਦੇ ਲਈ ਖੇਡਦੇ ਰਹੇ ਨੇ, ਮੇਰੇ ਨਾਲ ਇਸ ਵਕਤ ਮੌਜੂਦ ਨੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਜੀ ਭਾਜੀ। ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ? ਅੱਜ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਦਾ ਤੁਹਾਡੇ ਨਾਲ ਖਾਸਾ ਪ੍ਰੇਮ ਪਿਆਰ ਹੈ, ਅੱਜ ਤੁਹਾਡੇ ਲਈ ਇੱਥੇ ਰੈਲੀ ਕਰਨ ਆ ਰਹੇ ਨੇ। ਜੀ ਭਾਜੀ ਦੇਖੋ, ਅਮਰਗੜ੍ਹ ਮੇਰਾ ਘਰ ਹੈ। ਮੈਂ ਪਹਿਲੇ ਆਪਣੀ ਜ਼ਿੰਦਗੀ ਦੇ 15 ਸਾਲ ਅਮਰਗੜ੍ਹ ਦੀਆਂ ਗਲੀਆਂ, ਅਮਰਗੜ੍ਹ ਦੇ ਪਿੰਡਾਂ 'ਚ ਹੀ ਬਿਤਾਏ ਨੇ। ਮੇਰੇ ਫਾਦਰ ਸਾਹਿਬ 1992 ਤੋਂ 2007 ਤੱਕ ਉਹਨਾਂ ਨੇ ਸਿਆਸਤ ਕੀਤੀ, 10 ਸਾਲ ਐਮਐਲਏ ਰਹੇ ਤੇ ਉਹਨਾਂ ਨਾਲ ਮੈਂ ਧੂਰੀ ਹਲਕਾ ਹੁੰਦਾ ਸੀ, ਉਦੋਂ ਅਮਰਗੜ੍ਹ ਧੂਰੀ 'ਚ ਹੁੰਦਾ ਸੀ। 2008 ਵਿੱਚ ਅਮਰਗੜ੍ਹ ਅਲੱਗ ਹੋਇਆ ਤੇ ਉਸ ਤੋਂ ਬਾਅਦ ਮੇਰੇ ਫਾਦਰ ਨੇ ਕੋਈ ਇਲੈਕਸ਼ਨ ਨਹੀਂ ਲੜੀ 7 ਤੋਂ ਬਾਅਦ, ਤੇ ਉਹਨਾਂ ਦਾ ਪੂਰਾ ਆਪਣਾ ਸਿਆਸੀ ਜੀਵਨ ਅਮਰਗੜ੍ਹ ਦਾ ਹੀ ਰਿਹਾ। ਤੇ ਮੈਂ ਆਪਣੇ ਘਰ ਆ ਕੇ, ਮੈਂ ਤਾਂ ਇਸ ਤੋਂ ਪਿਛਲੇ 15 ਸਾਲ ਦੇਸ਼ ਵਾਸਤੇ ਖੇਲਦਾ ਰਿਹਾ ਜਾਂ ਪੰਜਾਬ ਵਾਸਤੇ ਕੰਮ ਕਰਦਾ ਰਿਹਾ, ਤੇ ਉਹ ਵੀ ਮੈਂ ਆਪਣੇ ਘਰ ਵਾਸਤੇ ਕੰਮ ਕਰਦਾ ਰਿਹਾ। ਉਹਦੇ ਪਿੱਛੇ ਕਰਨ ਦੇ ਪਿੱਛੇ ਜਿਹੜਾ ਜਨੂਨ ਹੁੰਦਾ ਨਾ ਆਦਮੀ ਨੂੰ, ਜੋ ਇੰਡੀਆ ਵਾਸਤੇ ਬੰਦਾ ਖੇਲਦਾ ਹੈ, ਬੜੀ ਮਿਹਨਤ ਲੱਗਦੀ ਦਿਨ ਰਾਤ ਦੀ, ਤੇ ਉਹਦੇ ਵਾਸਤੇ ਬੰਦੇ ਨੂੰ ਇੱਕ ਜਨੂਨ ਚਾਹੀਦਾ। ਉਹ ਜਨੂਨ ਜਿਹੜਾ ਮੇਰਾ ਸੀ ਨਾ, ਉਹ ਇੱਥੋਂ ਹੀ ਆਇਆ ਸੀ। ਮੈਂ ਸੋਚਦਾ ਸੀ ਉਹ ਪਿੰਡਾਂ ਬਾਰੇ, ਜਵਾਨੀ ਛੱਡ ਕੇ ਪੰਜਾਬ ਜਾ ਰਹੀ ਹੈ, ਨਸ਼ਿਆਂ 'ਚ ਪੈ ਰਹੀ ਹੈ, ਕਿ ਕੋਈ ਤਗਮਾ ਇਹੋ ਜਿਹਾ ਜਿੱਤੀਏ ਕਿ ਉਹਨਾਂ ਨੂੰ ਹੌਸਲਾ ਦੇ ਸਕੀਏ, ਕਿ ਉਹਨਾਂ ਦੀ ਕੋਈ ਉਮੀਦ ਬਣੇ। ਤਾਂ ਉਹ ਸਾਰੇ ਸੁਪਨੇ ਲੈ ਕੇ ਮੈਂ ਵਾਪਸ ਆਪਣੇ ਘਰ
ਸੇਵਾ ਕਰਨਾ ਹੈ। ਅਬਰੋਡ ਤੁਸੀਂ ਪੜ੍ਹਾਈ ਕਿਸ ਚੀਜ਼ ਦੀ ਕੀਤੀ? ਮੈਂ ਮਾਸਟਰਸ ਇਨ ਸਾਊਥ ਏਸ਼ੀਅਨ ਸਟੱਡੀਜ਼ ਕੀਤੀਆਂ ਤੇ ਮੇਰੀ ਸਾਰੀ ਪੜ੍ਹਾਈ ਦਾ ਪੂਰਾ ਰਿਸਰਚ ਪੰਜਾਬ ਉੱਤੇ ਸੀਗਾ। ਅੱਛਾ। ਤੇ ਪੰਜਾਬ ਦੀ ਕਿਸਾਨੀ ਉੱਤੇ ਸੀਗਾ। ਜਿਵੇਂ ਪਾਣੀ ਖਤਮ ਹੋ ਰਿਹਾ, ਮਹਿੰਗਾਈ ਵੱਧਦੀ ਜਾਂਦੀ ਹੈ, ਐਮਐਸਪੀ ਤਾਂ ਵੱਧਦੀ ਨਹੀਂ ਹੈ। ਐਮਐਸਪੀ ਵਧਣ ਦਾ ਰੇਟ ਕਿੰਨਾ ਘੱਟ ਹੈ, ਤੁਸੀਂ ਬਾਕੀ ਸਰਕਾਰੀ ਤਨਖਾਹਾਂ ਦੇਖ ਲਓ, ਪ੍ਰਾਈਵੇਟ ਸੈਲਰੀਆਂ ਦੇਖ ਲਓ ਕਿਵੇਂ ਵੱਧਦੀਆਂ ਨੇ, ਲਾਗਤ ਵੱਧਦੀ ਜਾ ਰਹੀ ਹੈ। ਤੇ ਕਿਸਾਨੀ ਨੂੰ ਖੁਦ ਮੁਖਤਿਆਰ ਕਿਵੇਂ ਕਰਨਾ ਹੈ? ਦਿੱਲੀ ਵੱਲ ਦੇਖਦੇ ਰਹਿੰਦੇ ਆਪਾਂ, ਦਿੱਲੀ ਕੁਝ ਕਰਦੇ ਨਹੀਂ, ਦਿੱਲੀ ਨੁਕਸਾਨ ਕਰਨ ਵਾਲੀ ਪਾਲਿਸੀਆਂ ਲੈ ਕੇ ਆਉਂਦੀ ਹੈ। ਤੇ ਬਣਾ ਤਾਂ ਪੰਜਾਬ ਦੀ ਸਰਕਾਰ ਰਿਹਾ, ਤਾਂ ਪੰਜਾਬ ਕੀ ਕਰੇ ਪੰਜਾਬ ਦੀ ਕਿਸਾਨੀ ਵਾਸਤੇ? ਪੰਜਾਬ ਦੇ ਅੰਦਰ ਜਿੰਨੇ ਤੁਸੀਂ ਦੇਖੋ ਪਿੰਡ ਨੇ, 12,700 ਪਿੰਡ ਨੇ, 200 ਸ਼ਹਿਰ ਨੇ। ਅਸਲ 'ਚ ਹੋਇਆ ਕੀ ਹੈ ਕਿ ਇਹਨਾਂ ਸਾਰਿਆਂ ਦੀਆਂ ਤਾਕਤਾਂ ਨਾ ਇਕੱਠੀਆਂ ਕਰਕੇ ਚੰਡੀਗੜ੍ਹ 3-4 ਕਮਰੇ 'ਚ ਰੱਖੀਆਂ ਹੋਈਆਂ। ਤਾਂ ਮੇਰਾ ਸੁਪਨਾ ਜਦੋਂ ਮੈਂ ਪੜ੍ਹਾਈ ਕਰਦਾ ਸੀ, ਆਕਸਫੋਰਡ ਪੜ੍ਹਦਾ ਸੀਗਾ, ਉਹ ਇਹ ਸੀ ਕਿ ਕਿਸ ਤਰ੍ਹਾਂ ਨੀਤੀ ਨਾਲ, ਕਿਸ ਤਰ੍ਹਾਂ ਏਜੰਡੇ ਨਾਲ, ਕਿਸ ਤਰ੍ਹਾਂ ਦਿਨ ਰਾਤ ਇੱਕ ਕਰਕੇ ਇਹੋ ਜਿਹੀ ਰਾਜਨੀਤੀ ਕੀਤੀ ਜਾਵੇ, ਇਹੋ ਜਿਹਾ ਕੰਮ ਕੀਤਾ ਜਾਵੇ ਕਿ ਉਹ ਲੋਕਾਂ ਦੀ ਤਾਕਤ ਲੋਕਾਂ ਕੋਲ ਵਾਪਸ ਆਵੇ, ਕਿ ਵਾਰਡਾਂ ਦੇ ਫੈਸਲੇ ਵਾਰਡ 'ਚ ਰਹਿਣ ਵਾਲੇ ਲੋਕ ਲੈ ਲੈਣ, ਪਿੰਡਾਂ ਦੇ ਫੈਸਲੇ ਪਿੰਡ ਦੇ ਲੋਕ ਲੈ ਲੈਣ, ਕਿ ਉਹ ਇੱਕ ਇਲੈਕਸ਼ਨ ਹੋ ਗਈ ਉਸ ਤੋਂ ਬਾਅਦ ਕਮਰੇ 'ਚ ਬੰਦ ਕਰਕੇ ਨਾ ਕੰਮ ਚੱਲੇ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬੜੇ ਕਰੀਬੀ ਹੋ, ਜਿਹੜਾ ਉਹਨਾਂ ਦਾ ਪੰਜਾਬ ਮਾਡਲ 'ਚ ਤੁਹਾਡਾ ਕਿੰਨਾ ਕੁ ਯੋਗਦਾਨ ਹੈ? ਕਹਿੰਦੇ ਕਿ ਸਾਰਾ ਜਦੋਂ ਨਵਜੋਤ ਸਿੰਘ ਸਿੱਧੂ ਪ੍ਰੈਸ ਕਾਨਫਰੰਸ ਕਰਦੇ ਸੀ, ਅਸੀਂ ਦੇਖਦੇ ਸੀ ਪਿੱਛੇ ਇੱਕ ਫਾਈਲ ਲੈ ਕੇ, ਇੱਕ ਚਿੱਠਾ ਲੈ ਕੇ ਪੂਰਾ ਸਮਿਤ ਸਿੰਘ ਪਿੱਛੇ ਖੜੇ ਹੁੰਦੇ ਸੀ। ਦੇਖੋ ਪੰਜਾਬ ਮਾਡਲ ਸਿੱਧੂ ਸਾਹਿਬ ਦਾ ਵਿਜ਼ਨ ਹੈ, ਕਿ ਉਹਨਾਂ ਦੀ ਤੁਹਾਡਾ ਵਿਜ਼ਨ ਕਿੰਨਾ ਹੈ? ਇਹ ਉਹਨਾਂ ਦੀ ਸੋਚ ਹੈ। ਦੇਖੋ ਮੈਂ ਇਹ ਸੋਚਦਾ ਕਿ ਤੁਸੀਂ ਸਮਝੋ, ਪਹਿਲੀ ਗੱਲ ਮੇਰੀ ਤੇ ਸਿੱਧੂ ਸਾਹਿਬ ਦੀ ਸਾਂਝ ਕੀ ਹੈ? ਮੇਰੀ ਤੇ ਸਿੱਧੂ ਸਾਹਿਬ ਦੀ ਸਾਂਝ ਪੰਜਾਬ ਦੇ ਦਰਦ ਦੀ ਸਾਂਝ ਹੈ। ਚਾਚੇ ਭਤੀਜੇ ਵਾਲੀ ਤਾਂ ਨਹੀਂ? ਨਹੀਂ, ਮੇਰੇ ਪਰਿਵਾਰ ਦੀ ਨਾ, ਉਹਨਾਂ ਮੇਰੇ ਫਾਦਰ ਸਾਹਿਬ ਬੜੇ ਇੱਕ ਇਮਾਨਦਾਰ ਤੇ ਕਹੇ ਜਿਹੇ ਲੀਡਰ, ਤੁਹਾਨੂੰ ਪਤਾ ਪਿੰਡ ਪਿੰਡ 'ਚ ਆਵਾਜ਼ ਆਉਂਦੀ ਹੈ। ਸਿੱਧੂ ਸਾਹਿਬ ਦੇ ਫਾਦਰ ਵੀ ਉਸ ਤਰ੍ਹਾਂ ਦੇ ਸੀਗੇ ਤੇ ਸਿੱਧੂ ਸਾਹਿਬ ਵੀ ਉਸ ਤਰ੍ਹਾਂ ਦੇ ਲੀਡਰ ਹੈ। ਤੇ ਜਦੋਂ ਮੈਂ ਆਕਸਫੋਰਡ ਤੋਂ ਪੜ੍ਹ ਕੇ ਆਇਆ, ਮੇਰੇ ਵਾਸਤੇ ਵੱਡੀ ਚੀਜ਼ ਕੀ ਸੀ ਕਿ ਸਪੋਜ਼ ਕਰੋ ਕੋਈ ਚੰਗੀ ਚੀਜ਼ ਲੈ ਕੇ ਆਉਂਦੇ ਹੋ, ਜੇ ਥੋੜਾ ਲੀਡਰ ਕਰਪਟ ਹੈ ਜਾਂ ਕੋਈ ਕੰਪਰੋਮਾਈਜ਼ ਹੈ ਕਿਸੇ ਕਾਰਨ, ਉਹ ਉਸ ਚੀਜ਼ ਨੂੰ ਪੂਰੀ ਨਹੀਂ ਕਰਨਾ ਚਾਹੇਗਾ। ਸਿੱਧੂ ਸਾਹਿਬ ਬਾਰੇ ਖਾਸ, ਇੱਕ ਤਾਂ ਬਹੁਤ ਤਰਕਸ਼ੀਨ ਨੇ, ਪਰ ਉਹਨਾਂ ਬਾਰੇ ਖਾਸ ਚੀਜ਼ ਇਹ ਹੈ ਕਿ ਉਹ ਕੋਈ ਉਹਨਾਂ ਨੂੰ ਚੰਗੀ ਚੀਜ਼ ਕਰਨੀ ਹੋਵੇ ਉਹ ਪਰਵਾਹ ਨਹੀਂ ਮੰਨਦੇ ਕਿਸੇ ਦੀ। ਜਿਵੇਂ ਉਹ ਪੂਰੇ ਮਾਫੀਆ ਉਹਨਾਂ ਖਿਲਾਫ ਲੜ ਰਹੇ, ਉਹ ਮਾਫੀਆ ਦੇ ਖਿਲਾਫ ਲੜ ਰਹੇ ਨੇ। ਤਾਂ ਉਹ ਸਾਂਝ ਹੈ ਸਾਡੀ, ਪੰਜਾਬ ਦੇ ਦਰਦ ਦੀ ਸਾਂਝ ਹੈ, ਪੰਜਾਬ ਵਾਸਤੇ ਕੁਝ ਕਰਨ ਦੀ ਸਾਂਝ। ਤੁਹਾਡੇ ਵੈਸੇ ਤਾਂ ਪਹਿਲਾਂ ਵਿਰੋਧੀ ਇਹ ਗੱਲ ਕਹਿੰਦੇ ਹੁੰਦੇ ਸੀ, ਹੁਣ ਤਾਂ ਕਾਂਗਰਸ ਦੇ ਵਿੱਚੋਂ ਵੀ ਦਮਨ ਸਿੰਘ ਬਾਜਵਾ ਦੀ ਮੈਂ ਇੰਟਰਵਿਊ ਕਰ ਰਿਹਾ ਸੀ, ਉਹ ਕਹਿੰਦੇ ਕਿ ਆਪਣੇ ਭਤੀਜੇ ਨੂੰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਅਮਰਗੜ੍ਹ ਫਿੱਟ ਕਰਨ ਦੇ ਲਈ ਤੇ ਮਾਨ ਸਾਹਿਬ ਨੂੰ ਉੱਥੇ ਭੇਜਤਾ। ਐਕਚੁਅਲੀ ਨਾ ਉਹਨਾਂ ਦਾ ਦਰਦ ਜਾਇਜ਼ ਹੈ, ਮੇਰੇ ਤਾਂ ਭੈਣਾਂ ਵਰਗੇ ਨੇ ਦਮਨ ਜੀ, ਪਰ ਪਾਰਟੀ ਦੇ ਫੈਸਲੇ, ਟਿਕਟਾਂ ਦੇ ਫੈਸਲੇ ਇਹ ਬੜੇ ਉੱਪਰੋਂ ਲੈ ਕੇ ਆਉਂਦੇ ਨੇ। ਮੇਰਾ ਇਹ ਮੰਨਣਾ ਹੈ ਕਿ ਪਾਰਟੀ ਨੇ ਮੇਰਾ ਕੰਮ ਦੇਖ ਕੇ, ਸਭ ਕੁਝ ਦੇਖ ਕੇ ਆਪਣੇ ਸਕਿੱਲ 'ਚ ਮੈਨੂੰ ਭੇਜਿਆ, ਕਿਉਂਕਿ ਮੇਰੇ ਫਾਦਰ ਦਾ 15 ਸਾਲ ਸਿਆਸੀ ਜੀਵਨ ਇੱਥੇ ਰਿਹਾ, ਉਹਨਾਂ ਨੇ ਇੱਥੇ ਕੰਮ ਕੀਤਾ, ਪਿੰਡ ਪਿੰਡ 'ਚ ਆਵਾਜ਼ ਆਉਂਦੀ ਹੈ। ਉਸ ਤੋਂ ਬਾਅਦ ਦਾ ਅਗਲਾ 15 ਸਾਲ ਦਾ ਮੇਰਾ ਜੀਵਨ ਤੁਸੀਂ ਦੇਖਿਆ ਹੀ ਹੈ, 31 ਸਾਲ ਦੀ ਮੇਰੀ ਉਮਰ ਹੈ। ਜੋ ਮੈਂ ਕੀਤਾ ਹੈ, ਪਾਰਟੀ ਨੇ ਉਸ ਕੰਮ ਦੇਖ ਕੇ, ਉਹ ਸਭ ਕੁਝ ਸਮਝ ਕੇ, ਇਹ ਉਮੀਦ ਨਾਲ ਕਿ ਅਮਰਗੜ੍ਹ ਦੇ ਲੋਕ ਵਾਸਤੇ ਜੋ ਮੈਨੂੰ ਇੱਕ ਲੱਗਦਾ ਹੈ ਕਿ ਇਹ ਪੰਜਾਬ ਮਾਡਲ ਹੈ, ਜਿੱਤੇਗਾ ਪੰਜਾਬ ਨਾ ਜਿਹੜਾ, ਇਹਦੀ ਜਿਹੜੀ ਨੀਂਹ ਹੈ ਨਾ, ਉਹ ਤਾਂ ਹੀ ਰੱਖੀ ਜਾਏਗੀ ਜੇ ਆਪਾਂ ਜਿੱਤੇਗਾ ਅਮਰਗੜ੍ਹ ਦੀ ਨਹੀਂ ਰੱਖ ਸਕਦੇ, ਜੇ ਆਪਾਂ ਅਮਰਗੜ੍ਹ ਮਾਡਲ ਬਣਾ ਸਕਦੇ ਹਾਂ। ਕਿਉਂਕਿ ਤੁਸੀਂ ਮੈਨੂੰ ਇਸ ਗੱਲ ਤੇ ਲੈ ਕੇ ਆਏ ਤੇ ਮੇਰੇ ਅੰਦਰ ਬੜੀ ਚੀਜ਼ ਆਈ, ਅਸਲ ਵਿੱਚ ਨਾ ਇਹ ਸਮਝਣਾ ਕਿ ਨੀਤੀ ਬਣਾ ਕੇ, ਪਾਲਿਸੀ ਬਣਾ ਕੇ, ਫਾਈਲ ਬਣਾ ਕੇ ਸੂਬੇ ਦੀ ਤਰੱਕੀ ਹੋ ਜੂ, ਪੰਜਾਬ ਦੀ ਤਰੱਕੀ ਹੋ ਜੂ, ਇਹ ਬਿਲਕੁਲ ਗਲਤ ਹੈ। ਇੰਪਲੀਮੈਂਟੇਸ਼ਨ ਚਾਹੀਦੀ ਹੈ। ਐਗਜ਼ੈਕਟਲੀ, ਇੰਪਲੀਮੈਂਟੇਸ਼ਨ ਤਾਂ ਪੋਲੀਟੀਕਲ ਤਾਕਤ ਨਾਲ ਹੁੰਦੀ ਹੈ। ਜੇ ਤੁਹਾਡੇ ਕੋਲੇ ਲੋਕਾਂ ਦੀ ਤਾਕਤ ਹੈ ਤਾਂ ਹੀ ਤੁਸੀਂ ਕੁਝ ਕਰਾ ਸਕਦੇ ਹੋ ਜਾਂ ਕਰ ਸਕਦੇ ਹੋ, ਨਹੀਂ ਤਾਂ ਫਾਈਲਾਂ ਨੇ, ਕਿਸੇ ਨੇ ਪੜ੍ਹਨੀਆਂ, ਕਿਸੇ ਨੇ ਨਹੀਂ ਪੜ੍ਹਨੀਆਂ। ਜਦ ਤੱਕ ਤੁਹਾਡੇ ਚ ਲੋਕਾਂ ਦੀ ਤਾਕਤ ਨਹੀਂ ਕੁਝ ਬਦਲਣ ਦੀ, ਤਦ ਤੱਕ ਨੀਤੀ ਦਾ ਕੋਈ ਫਾਇਦਾ ਨਹੀਂ। ਨੀਤੀ ਨਾਲ, ਅੱਛੀ ਸੋਚ ਨਾਲ ਲੋਕਾਂ ਦੀ ਤਾਕਤ ਜਦ ਮਿਲਦੀ ਹੈ ਨਾ, ਤਾਂ ਹੀ ਇੱਕ ਸੂਬਾ ਅੱਗੇ ਵੱਧ ਸਕਦਾ। ਪਰ ਜਿਸ ਹਿਸਾਬ ਦੇ ਨਾਲ ਕਾਂਗਰਸ ਦੇ ਵਿੱਚ ਇਹਨੇ ਧੜੇ ਬਣੇ ਹੋਏ ਨੇ, ਚਲੋ ਜੇ ਸਰਕਾਰ ਬਣ ਵੀ ਜਾਂਦੀ ਹੈ, ਕਿ ਮੰਨਦੇ ਹੋ ਕਿ ਉਹ ਸਾਰਾ ਕੁਝ ਸਮੂਥਲੀ ਚੱਲ ਪਾਊਗਾ? ਦੇਖੋ, ਸੱਚ ਤੇ ਇਨਸਾਫ ਦੀ ਆਵਾਜ਼ ਚੱਕਣ ਜੋਗੇ ਤਾਂ ਹੋਵਾਂਗੇ। ਮੈਂ ਵੈਸੇ ਮੰਨਦਾ ਕਿ ਕਾਂਗਰਸ ਪਾਰਟੀ ਜਿਹੜੀ ਵਿਚਾਰਧਾਰਾ ਤੇ ਖੜੀ ਹੈ ਨਾ, ਉਹ ਦੇਸ਼ ਦੇ ਸੰਵਿਧਾਨ ਦੀ ਵਿਚਾਰਧਾਰਾ ਹੈ, ਆਪਸੀ ਏਕਤਾ ਤੇ ਖੜੀ ਹੈ, ਸਾਰੇ ਵਰਗਾਂ ਦੇ ਡਿਵੈਲਪਮੈਂਟ ਤੇ ਖੜੀ ਹੈ, ਸਰਬ ਸਾਂਝੇ ਵਿਕਾਸ ਦੀ ਗੱਲ ਕਰਦੀ ਹੈ। ਜਿਹੜੀ ਕਾਂਗਰਸ ਦੀ ਸੋਚ ਹੈ, ਕਾਂਗਰਸ ਦੀ ਆਈਡੀਓਲੋਜੀ ਹੈ, ਇਹੀ ਦੇਸ਼ ਦੇ ਕਨਸਟੀਟਿਊਸ਼ਨ ਦੀ ਆਈਡੀਓਲੋਜੀ ਹੈ। ਤਾਂ ਮੈਂ ਇਸ ਨੂੰ ਧੜੇ ਵਾਂਗ ਨਹੀਂ ਦੇਖਦਾ, ਮੈਂ ਇਸ ਨੂੰ ਇੱਕ ਪਲੇਟਫਾਰਮ ਵਾਂਗ ਦੇਖਦਾ ਕਿ ਇਸ ਆਈਡੀਓਲੋਜੀ ਵਿੱਚ ਰਹਿ ਕੇ ਪੰਜਾਬ ਦਾ ਕੀ ਭਲਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੈਨੂੰ ਲੱਗਦਾ ਹੈ ਕਿ ਇਲੈਕਸ਼ਨ ਲੜ ਕੇ, ਲੋਕਾਂ ਦੀ ਨੁਮਾਇੰਦਗੀ ਕਰਕੇ, ਲੋਕਾਂ ਨੂੰ ਮੂਹਰੇ ਲਾ ਕੇ, ਉਹਨਾਂ ਦੀ ਜਦੋਂ ਆਵਾਜ਼ ਆਊਗੀ ਹਰ ਪਿੰਡ ਚੋਂ, ਹਰ ਵਾਰਡ ਚੋਂ, ਇਹ ਕਰਨੀ ਹੈ, ਉਹਨਾਂ ਦੀ ਆਵਾਜ਼ ਲੈ ਕੇ ਮੈਂ ਕੁਝ ਡਿਵੈਲਪਮੈਂਟ ਦਾ ਕੰਮ ਕਰ ਸਕਦਾ। ਕੋਈ
ਚੰਗੀ ਚੀਜ਼ ਲਿਆ ਸਕਦਾ, ਮੈਂ ਅੱਜ ਤੁਹਾਨੂੰ ਇੱਕ ਲੰਬਾ ਚਿੱਠਾ ਦੇ ਸਕਦਾ ਕਿ ਅਮਰਗੜ੍ਹ ਦਾ ਤੇ ਅਹਿਮਦਗੜ੍ਹ ਦਾ ਡਿਵੈਲਪਮੈਂਟ ਪ੍ਰੋਜੈਕਟ ਹੋਣਾ ਚਾਹੀਦਾ, ਪਰ ਕੀ ਉਸ ਬਿਹਤਰ ਇਹ ਨਹੀਂ ਡਿਵੈਲਪਮੈਂਟ ਦੀ ਜੇ ਆਪਾਂ ਗੱਲ ਕਰੀਏ, ਅਮਰਗੜ੍ਹ ਦੀ ਡਿਵੈਲਪਮੈਂਟ ਜਾਂ ਅਹਿਮਦਗੜ੍ਹ ਦੀ ਡਿਵੈਲਪਮੈਂਟ, ਮੈਨੂੰ ਸਾਡੇ ਕੈਮਰਾਮੈਨ ਸਾਹਿਬ ਅੱਖਾਂ ਕੱਢ ਕੇ ਘੁਰੀ ਜਾਂਦੇ ਨੇ, ਸਾਰੀ ਸੜਕ ਤੇ ਪੂਰੇ ਟੋਏ ਨੇ, ਟੁੱਟੀਆਂ ਹੋਈਆਂ ਨੇ, ਹਿੱਲੀ ਜਾ ਰਹੇ ਨੇ। ਇਹ ਵਿਕਾਸ ਹੈ? ਕਿਉਂਕਿ ਕਾਂਗਰਸ ਤੇ ਮਾਨ ਸਾਹਿਬ ਇੱਥੇ ਰਹੇ ਨੇ। ਦੇਖੋ, ਤੁਸੀਂ ਬੜੀ ਇੱਕ ਇੰਟਰਸਟਿੰਗ ਸਵਾਲ ਮੈਨੂੰ ਪੁੱਛਿਆ। ਵਿਕਾਸ ਦੇ ਅਲੱਗ-ਅਲੱਗ ਰੂਪ ਹੁੰਦੇ ਤੇ ਆਪਾਂ ਪਹਿਲਾਂ ਇਸ ਵਿਕਾਸ ਤੇ ਆਉਂਦੇ ਹਾਂ, ਜਿਹੜਾ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਅਮਰਗੜ੍ਹ ਤੇ ਜੋ ਕਮੀਆਂ ਰਹੀਆਂ ਹੋਣਗੀਆਂ, ਜੋ ਕਮੀਆਂ ਰਹੀਆਂ ਹੋਣਗੀਆਂ ਉਹਨਾਂ ਨੂੰ ਅੱਛਾ ਉਹ ਵੀ ਮੰਨਦੇ ਹੋਣਗੇ, ਕਿਉਂਕਿ ਹਰ ਬੰਦੇ ਰਹਿੰਦੀਆਂ, ਉਹ ਵੀ ਮੰਨਣਗੇ, ਉਹ ਵੀ ਸਤਿਕਾਰਯੋਗ ਨੇ। ਮੈਂ ਬੜਾ ਉਹਨਾਂ ਦਾ, ਉਹ ਮੈਨੂੰ ਬੜਾ ਸਤਿਕਾਰ ਕਰਦਾ ਉਹਨਾਂ ਦਾ, ਪਰ ਉਹਨਾਂ ਨੇ ਬੜਾ ਕੰਮ ਕੀਤਾ। ਤੁਹਾਨੂੰ ਪਤਾ 350 ਕਰੋੜ ਦਾ ਇੱਥੇ ਪ੍ਰੋਜੈਕਟ ਆਏ, STP ਲੱਗਿਆ, ਪਰ ਜੋ ਕਮੀਆਂ ਰਹੀਆਂ ਹੋਣਗੀਆਂ ਬਿਲਕੁਲ ਰਹੀਆਂ ਹੋਣਗੀਆਂ। ਨੁਕਸਾਨ ਕਿਤੇ ਨਾ ਕਿਤੇ ਪੈ ਸਕਦਾ ਉਹਦਾ, ਉਹ ਕਮੀਆਂ ਨੂੰ ਪੂਰਾ ਕਰਨ ਵਾਸਤੇ ਤਾਂ ਆਏ ਆ। ਤੇ ਉਹ ਇੱਕ ਤਰੀਕਾ ਹੈ ਡਿਵੈਲਪਮੈਂਟ ਦਾ, ਉਹ ਇੱਕ ਸੋਚ ਹੈ ਡਿਵੈਲਪਮੈਂਟ ਦੀ ਕਿ ਸਰਕਾਰ ਦਾ ਫੰਡ ਆਏਗਾ, ਆਪਾਂ ਉਹਦੇ ਨਾਲ ਸੜਕਾਂ ਬਣਾਉਣੀਆਂ ਕਰਨਾ। ਪਰ ਇੱਕ ਡਿਵੈਲਪਮੈਂਟ ਦਾ ਤਰੀਕਾ ਇਹ ਵੀ ਹੈ ਕਿ ਲੋਕਾਂ ਨੂੰ ਖੁਦ ਮੁਖਤਿਆਰ ਕਰਨਾ, ਕਿ ਜਵਾਨੀ ਨੂੰ ਕੱਲਾ ਵਾਅਦਾ। ਅਮਰਗੜ੍ਹ ਮਾਡਲ ਦੀ ਗੱਲ ਕੀਤੀ ਹੈ, ਉਹਦੇ ਵਿੱਚ ਕੀ ਹੈ? ਦੇਖੋ, ਜੈਸੇ ਤੁਸੀਂ ਅਮਰਗੜ੍ਹ ਦੀਆਂ ਜੇ ਮੁਸ਼ਕਲਾਂ ਦੇਖੋ ਤੇ ਹਸਪਤਾਲ ਦੀ ਮੁਸ਼ਕਲਾਂ ਹੈ, ਅਮਰਗੜ੍ਹ ਬਾਈਪਾਸ ਦੀ ਮੁਸ਼ਕਿਲ ਹੈ, ਅਹਿਮਦਗੜ੍ਹ ਸ਼ਹਿਰ ਦੀ ਸਪੋਰਟਸ ਅਕੈਡਮੀ ਡਿਮਾਂਡ ਹੈ, ਪਰ ਨਗਰ ਕੌਂਸਲ ਕੋਲ ਜ਼ਮੀਨ ਨਹੀਂ ਹੈਗੀ। ਤੁਸੀਂ ਉਹਦੇ ਨਾਲ ਆਸ-ਪਾਸ ਕਿਸਾਨੀ ਦੇਖੋ, ਇੱਥੇ ਸਬਜ਼ੀਆਂ ਲੱਗਦੀਆਂ, ਉਹਨਾਂ ਵਾਸਤੇ ਕੋਲਡ ਸਟੋਰੇਜ ਵੇਅਰ ਹਾਊਸਿੰਗ ਦੀ ਫੈਸਿਲਿਟੀ ਹੋਵੇ। ਤੁਸੀਂ ਟਮਾਟਰ ਹੈ 10-12 ਰੁਪਏ ਦਾ ਕਿਸਾਨ ਕੱਢਦਾ, ਮੰਡੀ ਵੀ ਜਾਂਦਾ 25 ਰੁਪਏ ਦਾ, ਕੋਲਡ ਸਟੋਰੇਜ ਵਾਲਾ 60 ਰੁਪਏ ਦਾ। ਉਹ ਜਿਹੜਾ ਰੇਟ ਦਾ ਫਰਕ ਹੈ ਉਹ ਉਗਾਉਣ ਵਾਲੇ ਨੂੰ ਕਿਉਂ ਨਾ ਮਿਲੇ ਭਾਈ? ਕਿਉਂਕਿ ਉਹਦੇ ਕੋਲ ਹੋਲਡਿੰਗ ਕੈਪੈਸਿਟੀ ਨਹੀਂ ਹੈ। ਕੀ ਕਿਸਾਨ ਇਕੱਠੇ ਹੋ ਕੇ ਕੋਆਪਰੇਟਿਵ ਬਣਾ ਕੇ ਉਹ ਨਹੀਂ ਕਰ ਸਕਦੇ? ਪਰ ਸਭ ਤੋਂ ਵੱਡੀ ਗੱਲ ਕੀ ਹੈ, ਮੈਂ ਤੁਹਾਨੂੰ ਇੱਕ ਲੰਬੀ ਲਿਸਟ ਦੇ ਸਕਦਾ ਕਿ ਇਸ ਪਿੰਡ ਚ ਆ ਕਰੀਏ, ਆਸ਼ਾ ਵਰਕਰਸ ਆ ਕਰੀਏ, ਹੁਣ ਕੋਆਪਰੇਟਿਵ ਦਿਓ, ਕੋਆਪਰੇਟਿਵ ਬਣੀਆਂ ਹੋਈਆਂ ਨੇ ਪੰਜਾਬ ਦੇ ਅੰਦਰ। ਜਿਹੜੇ ਕੋਆਪਰੇਟਿਵ ਹੈ ਨਾ, ਇਹਦੇ ਅੰਦਰ ਜਿਹੜਾ ਤੁਸੀਂ ਬੜੀ ਅੱਛੀ ਗੱਲ ਪੁੱਛੀ, ਮੈਨੂੰ ਲੱਗਦਾ ਮੈਂ ਸਰੋਤਿਆਂ ਕੋਲੇ ਗੱਲ ਪਹੁੰਚਾ ਪਾਉਂਗਾ। ਕੋਆਪਰੇਟਿਵ ਦੀ ਤਾਕਤ ਸਾਰੀ ਅਫਸਰਾਂ ਕੋਲੇ ਹੈ ਪੰਜਾਬ 'ਚ। ਤੁਸੀਂ ਮਿਲਕਫੈਡ ਦੇਖੋ, ਵੇਰਕਾ ਦੇਖੋ, ਮਾਰਕੀਟ ਦੇਖੋ, ਬਿਊਰੋਕ੍ਰੇਸੀ ਉਹਨੂੰ ਕੰਟਰੋਲ ਕਰਦੀ ਹੈ, ਉਹਨੂੰ ਬਣਾਉਣਾ, ਉਹਨੂੰ ਬੰਦ ਕਰਨਾ, ਉਹਦੇ ਅੰਦਰ ਸਾਰੇ ਫੈਸਲੇ ਅਫਸਰਸ਼ਾਹੀ ਲੈਂਦੀ ਹੈ। ਪਰ ਅਸਲੀ ਕੋਆਪਰੇਟਿਵ ਮੂਵਮੈਂਟ ਇਹ ਨਹੀਂ ਹੈ। ਤੁਸੀਂ 1964 ਦਾ ਕੋਆਪਰੇਟਿਵ ਕਾਨੂੰਨ ਚੱਕੋ, ਪਲੈਨਿੰਗ ਕਮਿਸ਼ਨ ਦਾ ਮਾਡਲ ਕਾਨੂੰਨ ਹੈ, ਉਹਨੂੰ ਪੰਜਾਬ 'ਚ ਲਾਗੂ ਕਰੋ। ਜਿਹੜੇ ਲੋਕਾਂ ਦੀ ਹਿੱਸੇਦਾਰੀ ਹੈ, ਜਿਹੜੇ ਦੁੱਧ ਲੈ ਕੇ ਆਉਂਦੇ ਨੇ, ਭਾਵੇਂ 1 ਲੀਟਰ ਲੈ ਕੇ ਆਉਂਦੇ ਨੇ, ਭਾਵੇਂ 100 ਲੀਟਰ ਲੈ ਕੇ ਆਉਂਦੇ ਨੇ, ਉਹਨਾਂ ਦੀ ਹਿੱਸੇਦਾਰੀ ਬਣੇਗੀ, ਉਹਨਾਂ ਦੀ ਮਾਲਕੀਅਤ ਬਣੇਗੀ, ਤੇ ਦੁੱਧ ਦੀ ਕੁਆਲਿਟੀ ਬੈਟਰ ਹੋਏਗੀ। ਦੁੱਧ ਲੈ ਕੇ ਆਉਣ ਵਾਲੇ ਨੂੰ ਜ਼ਿਆਦਾ ਰੇਟ ਮਿਲੂਗਾ ਤੇ ਦੁੱਧ ਖਰੀਦਣ ਵਾਲੇ ਨੂੰ ਜ਼ਿਆਦਾ ਰੇਟ ਮਿਲੂਗਾ। ਇੱਥੇ ਦੀਆਂ ਸਬਜ਼ੀਆਂ ਨਾ ਕਾਰਗਿਲ ਜਾ ਕੇ ਵਿਕਦੀਆਂ ਸੀ, ਕਾਰਗਿਲ ਜਾਂਦੇ ਲੜਾਈ ਦੇ ਟਾਈਮ, ਪਰ ਉਹ ਪੰਚਕੂਲਾ, ਦਿੱਲੀ ਕਿਉਂ ਨਹੀਂ ਜਾ ਸਕਦੀਆਂ ਅੱਜ? ਉਹ ਫੈਸਿਲਿਟੀਆਂ ਕਿਉਂ ਨਹੀਂ ਬਣਾ ਸਕਦੀਆਂ? ਉਹ ਕੋਆਪਰੇਟਿਵ ਬਣਾ ਸਕਦੇ ਨੇ। ਉਹਦੇ ਨਾਲ ਆਪਾਂ ਜੇ ਉਹਨਾਂ ਨੂੰ ਮਾਰਕੀਟਿੰਗ ਫੈਸਿਲਿਟੀ ਦਿਓ ਨਾ ਹੋ ਸਕਦਾ। ਸਭ ਤੋਂ ਵੱਡੀ ਗੱਲ ਹੈ ਕਿ ਦਾਲਾਂ ਤੇ ਆਇਲ ਸੀਡ ਤੇ MSP ਪੰਜਾਬ ਸਰਕਾਰ ਨੂੰ ਦੇਣੀ ਹੀ ਪਏਗੀ। ਪੰਜਾਬ ਸਰਕਾਰ ਦਊਗੀ MSP ਜੇ ਸਰਕਾਰ ਬਣ ਕੇ ਆਂਦੀ ਹੈ ਤਰੀਕਾ? ਬਿਲਕੁਲ, ਮੈਂ ਤੁਹਾਨੂੰ ਇਹਦਾ ਤਰੀਕਾ ਦੱਸ ਦੇਣਾ ਕੀ ਹੈ, ਕਿਉਂਕਿ ਕੇਂਦਰ ਸਰਕਾਰ ਤਾਂ ਇਸ ਗੱਲ ਤੋਂ ਸਾਫ਼ ਕਹੀ ਹੈ। ਨਹੀਂ, ਮੈਂ ਤੁਹਾਨੂੰ ਦੱਸ ਦੇਣਾ ਤਰੀਕਾ ਕੀ ਹੈ। ਆਪਾਂ ਜੀਰੀ ਤੇ ਕਣਕ ਤੇ MSP ਦਿੰਦੇ ਨੇ। ਉਹ ਕਿਉਂ ਦਿੰਦੇ ਨੇ? ਕਿਉਂਕਿ ਉਹਨੂੰ ਸਰਕਾਰ ਕੇਂਦਰ ਦੀ ਖਰੀਦਦੀ ਹੈ ਤੇ 67% ਪੋਪੂਲੇਸ਼ਨ, 60% ਪੋਪੂਲੇਸ਼ਨ ਨੂੰ ਉਹ ਸਪਰੈਡ ਦਿੱਤੀ ਜਾਂਦੀ ਹੈ। ਹੁਣ ਪੰਜਾਬ ਸਰਕਾਰ ਦੇ ਮਾਰਕਫੈਡ ਤੇ ਪਨਸਪ ਬਾਹਰੋਂ ਦਾਲਾਂ ਮੰਗਾਉਂਦੇ ਨੇ। 70% ਤੇਲ ਬੀਜ, ਤੇਲ ਜਿਹੜਾ ਕੁਕਿੰਗ ਆਇਲ ਆਪਾਂ, ਉਹ ਬਾਹਰੋਂ ਆਉਂਦਾ। ਪੰਜਾਬ ਦੋਨੋਂ ਚੀਜ਼ਾਂ ਉਗਾ ਸਕਦਾ, ਉਹਨਾਂ ਪੰਜਾਬ ਦਾ ਪਾਣੀ ਵੀ ਬਚੂਗਾ, ਕਿਸਾਨੀ ਵੀ ਜ਼ਿਆਦਾ, ਲੇਬਰ ਵੀ ਲੱਗੂਗਾ। ਪਰ ਪੰਜਾਬ ਕਿਉਂ ਨਹੀਂ ਕਰ ਰਿਹਾ? ਪੰਜਾਬ ਬਾਹਰੋਂ ਕਿਉਂ ਮੰਗਾ ਰਿਹਾ? ਇੱਕ ਪਾਲਿਸੀ ਚੇਂਜ ਦੀ ਗੱਲ ਹੈ ਨਾ। ਤੁਸੀਂ ਜਿਹੜੇ 400-500 ਕਰੋੜ ਦੀਆਂ ਦਾਲਾਂ ਬਾਹਰੋਂ ਮੰਗਾ ਰਹੇ ਹੋ, ਉਹ 400-500 ਕਰੋੜ ਦੀ ਫੰਡ ਰੱਖ ਲਓ। ਤੁਸੀਂ ਬੋਲੋ ਕਿਸਾਨਾਂ ਨੂੰ ਕਿ ਦਾਲਾਂ ਲਾ ਲਓ, ਆਹ ਜ਼ੋਨ ਥੋੜਾ ਬਣ ਗਿਆ, ਅਸੀਂ ਉਹ ਤੋਂ ਦਾਲ ਖਰੀਦ ਲਾਂਗੇ। ਬਾਅਦ ਤੁਸੀਂ ਆਟਾ ਦਾਲ ਸਕੀਮ 'ਚ ਹੁਣ ਦਾਲ ਬੰਦ ਕੀਤੀ ਹੋਈ ਹੈ, ਤੁਸੀਂ ਦਾਲ ਵਾਪਸ ਲਿਆਓ। ਬੜੀਆਂ ਚੰਗੀਆਂ ਗੱਲਾਂ ਕਰ ਰਹੇ ਹੋ। ਲੱਗਦਾ ਕਿ ਅਮਰਗੜ੍ਹ ਦੇ ਅਹਿਮਦਗੜ੍ਹ ਦੇ ਲੋਕਾਂ ਨੂੰ ਇਹ ਗੱਲਾਂ ਸਮਝ ਆਣਗੀਆਂ, ਕਿਉਂਕਿ ਲੋਕਾਂ ਦੇ ਮਸਲੇ ਆ ਸੜਕਾਂ ਨਹੀਂ ਗਈਆਂ। ਜਿਹੜੀਆਂ ਸੜਕਾਂ ਦੀ ਆਪਾਂ ਗੱਲ ਕਰਕੇ ਹਟੇ, ਤੁਸੀਂ ਕਿਹਾ ਕਿ ਵਿਕਾਸ ਦੇ ਵੀ ਕਈ ਤਰੀਕੇ ਨੇ, ਪਰ ਜੇ ਵਿਕਾਸ ਜੋ ਨਜ਼ਰ ਆਉਂਦਾ ਹੈ ਉਹ ਇਨਫਰਾਸਟ੍ਰਕਚਰ ਹੈ। ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ, ਸ਼ਾਇਦ ਇਹ ਸਮਝਾ ਪਾਉਂਗੇ। ਮੇਰੇ ਫਾਦਰ ਸਾਹਿਬ ਨੂੰ ਨਾ ਇੱਥੇ ਹਲਕੇ 'ਚ ਤੁਸੀਂ ਕਦੇ ਪਿੰਡ ਜਾਣਾ ਤੇ ਸੜਕਾਂ ਵਾਲੇ MLA ਕਹਿੰਦਾ, ਸੜਕਾਂ ਬੜਾ ਇੰਟਰਸਟਿੰਗ ਨਾਮ ਹੈ, ਕਿਉਂਕਿ ਮੇਰੇ ਫਾਦਰ ਸਾਹਿਬ ਨੇ MLA ਹੁੰਦੇ ਹੋਏ 308 ਕਿਲੋਮੀਟਰ ਦੀਆਂ ਸੜਕਾਂ ਬਣਾਈਆਂ ਅਮਰਗੜ੍ਹ 'ਚ। ਸੜਕਾਂ ਦੀ ਕਨੈਕਟੀਵਿਟੀ ਬਹੁਤ ਜ਼ਰੂਰੀ ਹੈ, ਸਪੈਸ਼ਲੀ ਜਿਵੇਂ ਅਹਿਮਦਗੜ੍ਹ ਇੰਡਸਟਰੀ ਹੈ, ਉਹਨੂੰ ਇੰਡਸਟਰੀਅਲ ਜੇ ਹੱਬ ਬਣਾਉਣਾ ਤੇ ਉਹਦੇ ਸੜਕਾਂ ਦੀ ਕਨੈਕਟੀਵਿਟੀ ਜ਼ਰੂਰੀ ਹੈ। ਪਿੰਡਾਂ ਜੇ ਤੁਸੀਂ ਵੇਅਰ ਹਾਊਸ ਖੋਲਣੇ, ਕੋਆਪਰੇਟਿਵ ਖੋਲਣੇ, ਸੜਕਾਂ ਦੀ ਕਨੈਕਟੀਵਿਟੀ ਜ਼ਰੂਰੀ ਹੈ। ਤਾਂ ਮੇਰੇ ਵਾਸਤੇ ਇੱਕ ਸਟ੍ਰੈਟਜੀ ਹੈ ਕਿ ਜਿਹੜੀ ਆਊਟਰ ਰੋਡ ਹੈ ਉਹਨੂੰ ਪੂਰਾ ਸ਼ਾਨਦਾਰ ਬਣਾ ਦੋ, ਲੱਗੂਗਾ ਵਿਕਾਸ ਹੋ ਗਿਆ। ਮੈਂ ਤਾਂ ਹੀ ਤੁਹਾਨੂੰ ਬੋਲਿਆ ਕਿ ਵਿਕਾਸ ਦੇ ਬੜੇ ਅਲੱਗ-ਅਲੱਗ ਰੂਪ ਨੇ। ਅਸਲ ਵਿਕਾਸ ਤੇ ਮੈਂ ਬੜਾ ਇਸ ਗੱਲ ਬਾਰੇ ਕਲੀਅਰ ਹਾਂ, ਅਸਲ ਵਿਕਾਸ ਪਿੰਡਾਂ ਦੇ ਲੋਕ ਨਿਰਣੇ ਲੈ ਸਕਦੇ ਨੇ ਤੇ ਵਾਰਡਾਂ ਦੇ ਲੋਕ ਲੈ ਸਕਦੇ ਨੇ। ਕੋਈ ਸਰਕਾਰੀ ਫੰਡ ਹੈ, ਉਹਦਾ ਕੀ ਕਰਨਾ ਉਹ ਨਿਰਣੇ ਲੈ ਸਕਦੇ ਨੇ। ਦੂਸਰਾ ਵਿਕਾਸ ਦਾ ਏਜੰਡਾ, ਪੰਜਾਬ ਕੋਲੇ 3 ਲੱਖ ਕਰੋੜ ਦਾ ਕਰਜ਼ਾ ਸਿਰ ਤੇ,
ਠੀਕ ਹੈ, ਦਿੱਲੀ ਵਾਂਗ ਨਹੀਂ ਹੈ ਜਿੱਥੇ ਸੈਂਟਰ ਹੀ 70% ਪੈਸੇ ਦੇ ਦਿੰਦਾ ਇੱਕ ਮਿਊਨਿਸਪੈਲਿਟੀ ਚਲਾਣੀ ਹੈ ਤੁਸੀਂ। ਪੰਜਾਬ ਦੇ ਮਸਲੇ ਉੱਥੇ ਦਿੱਲੀ ਤਾਂ ਕਿਸਾਨੀ ਨਹੀਂ ਹੈ। ਦਿੱਲੀ ਵਿੱਚ ਤਾਂ ਬਿਜਲੀ ਹੈ ਜਿਹੜੀ ਉਹ ਰਿਲਾਇੰਸ ਤੇ ਟਾਟਾ ਵੇਚਦੇ ਨੇ ਤੇ ਦਿੱਲੀ ਸਰਕਾਰ ਆਪ ਕੋਈ ਬਿਜਲੀ ਬਣਾਉਂਦੀ ਨਹੀਂ ਹੈ। ਇੱਥੇ 25% ਬਿਜਲੀ ਸਰਕਾਰ ਬਣਾਉਂਦੀ ਹੈ ਤੇ ਵੇਚਦੇ ਸਿਰਫ ਸਰਕਾਰੀ ਕਾਰਪੋਰੇਸ਼ਨ ਹੈ। ਪਰ ਬਾਦਲਾਂ ਨੇ ਜਿਹੜੇ ਪੀਪੀਏ ਸਾਈਨ ਕੀਤੇ ਨੇ 17-18 ਰੁਪਏ ਦੇ, ਉਹਦੇ ਕਾਰਨ ਆਪਾਂ ਸਸਤੀ ਬਿਜਲੀ ਨਹੀਂ ਦੇ ਪਾ ਰਹੇ। ਉਹ ਰੱਦ ਕਰਨ ਦੀ ਲੜਾਈ ਅੱਜ 2 ਰੁਪਏ ਦੀ ਬਿਜਲੀ ਮਿਲਦੀ ਹੈ ਯੂਨਿਟ। तेलंगाना ले रहा है, राजस्थान ले रहा है, पर पंजाब नहीं ले पा रहा क्योंकि बादल समझौते साइन करके चले गए हैं। वो तो हो गए ਹੁਣ ਉਹ ਰੱਦ ਕੀਤੇ ਸੀ ਵਿਧਾਨ ਸਭਾ 'ਚ। ਕਿਉਂ ਰੱਦ ਕੀਤੇ? ਤੁਸੀਂ ਇਹ ਸਮਝੋ ਕਿ ਅਸੀਂ ਉਹ ਪੂਰੀ ਕੈਪਟਨ ਸਰਕਾਰ ਦੇ ਖਿਲਾਫ ਕਿਉਂ ਲੜਦੇ ਰਹੇ? ਕਿਉਂਕਿ ਉਹ ਪੰਜਾਬ ਨੂੰ ਬਾਦਲਾਂ ਨਾਲ ਮਿਲ ਕੇ ਖਤਮ ਕਰਨ ਲੱਗੇ ਸੀ। ਕੈਪਟਨ ਸਾਹਿਬ ਉਹ ਕਰ ਰਹੇ ਸੀ, ਉਹ ਆਪਣੇ ਵਾਅਦਿਆਂ ਤੇ ਪੂਰੇ ਨਹੀਂ ਉਤਰੇ। ਕਾਂਗਰਸ ਪਾਰਟੀ ਨੇ ਫੈਸਲਾ ਲਿਆ ਉਹਨੂੰ ਹਟਾਉਣ ਦਾ ਤੇ ਨਵੀਂ ਸੋਚ ਦੀ ਨਵੀਂ ਸਰਕਾਰ ਬਣੀ। ਮੈਨੂੰ ਲੱਗਦਾ ਹੈ ਕਿ ਲੇਟ ਨਹੀਂ ਹੋਇਆ, ਪਰ ਮੈਨੂੰ ਇੱਕ ਗੱਲ ਮੈਂ ਥੋੜੀ ਕਹਿਣਾ ਚਾਹੂੰਗਾ ਕਿ 3-4 ਮਹੀਨੇ ਨਾ ਇਹ ਵੱਡੇ ਏਜੰਡੇ ਪੂਰੇ ਕਰਨ 'ਚ ਬੜੇ ਘੱਟ ਨੇ। ਫਿਰ ਤਾਂ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ 4.5 ਸਾਲ ਜਿਹੜੇ ਲੋਕਾਂ ਦੇ ਨਾਲ ਤੁਸੀਂ ਕਹਿ ਰਹੇ ਹੋ ਧੋਖਾ ਹੋਇਆ, ਧੱਕਾ ਹੋਇਆ, ਉਹਦੀ ਭਰਪਾਈ ਕਿਵੇਂ ਹੋਊਗੀ? ਨਹੀਂ 4.5 ਸਾਲ 'ਚ ਕੰਮ ਵੀ ਹੋਇਆ ਹੈ, ਬਿਲਕੁਲ ਹੀ ਐ ਨਹੀਂ ਹੋਇਆ। ਪਰ ਜਦੋਂ ਸਾਨੂੰ ਇਹ ਮਹਿਸੂਸ ਹੋਇਆ, ਕਿਉਂਕਿ ਅਸੀਂ ਬੜੇ ਕਲੀਅਰ ਹਾਂ ਕਿ ਪੰਜਾਬ ਪੱਕੀ ਚੱਲਣਾ ਹੈ, ਮੈਨੀਫੈਸਟੋ ਦੇ ਏਜੰਡੇ ਪੂਰੇ ਕਰਨੇ ਨੇ, ਪੰਜਾਬ ਵਾਸਤੇ ਲੜਨਾ ਹੈ। ਤੇ ਸਿੱਧੂ ਸਾਹਿਬ ਦਾ ਤਾਂ ਦੇਖਿਆ ਹੀ ਹੈ। ਸਿੱਧੂ ਸਾਹਿਬ ਪਹਿਲੀ ਕੈਬਨਿਟ ਮੀਟਿੰਗ 'ਚ 2017 ਦੀ ਪਹਿਲੀ ਕੈਬਨਿਟ ਮੀਟਿੰਗ ਮਾਰਚ 2017 ਦੀ ਸ਼ਰਾਬ ਦੀ ਪਾਲਿਸੀ ਲੈ ਕੇ ਆਏ ਸੀਗੇ। ਕਿਉਂ ਲੈ ਕੇ ਆਏ ਸੀਗੇ? ਕਿਉਂਕਿ ਮੈਂ ਉੱਥੇ ਦੂਸਰੇ ਵਿਕਾਸ ਦੇ ਏਜੰਡੇ ਲੈ ਕੇ ਆਣਾ। ਪੰਜਾਬ ਕੋਲੇ ਆਮਦਨ ਨਹੀਂ ਹੈ। ਅਸਲ ਇਸ਼ੂ ਹੈ ਕਿ ਆਮਦਨ ਨਹੀਂ ਹੈ। ਆਮਦਨ ਕਿੱਥੋਂ ਆਏਗੀ? ਆਪੋ ਆਮ ਆਦਮੀ ਪਾਰਟੀ ਵਾਲੇ ਤਾਂ ਕਹਿ ਦਿੰਦੇ ਨੇ ਕਿ ਭਗਵੰਤ ਮਾਨ ਜੀ ਕਹਿੰਦੇ ਨੇ ਕਿ 20,000 ਕਰੋੜ 30,000 ਕਰੋੜ ਸੈਂਡ ਮਾਈਨਿੰਗ ਤੋਂ ਆਏਗਾ। ਤੁਸੀਂ ਅਸਲ ਵਿੱਚ ਜਾ ਕੇ ਦੇਖੋ ਉੱਥੇ ਤਾਂ 1200-2000 ਕਰੋੜ ਤੋਂ ਉੱਪਰ ਪੈਸਾ ਹੀ ਨਹੀਂ ਹੈਗਾ। ਹਾਂ, ਪਰ ਸ਼ਰਾਬ ਵਿੱਚ ਹੈਗਾ। ਐਕਸਾਈਜ਼ ਦੇ ਨਾਲ ਵੈਟ ਲੱਗੇ, ਜਿਹੜੀ ਸਰਕਾਰ ਸ਼ਰਾਬ ਦੀਆਂ ਡਿਸਟਿਲਰੀਆਂ ਨੇ ਉਹ ਸਰਕਾਰੀ ਹੋ ਜਾਣ। ਪੰਜਾਬ ਨੂੰ ਕਦੇ ਡਰਾਈ ਸਟੇਟ ਨਹੀਂ ਬਣਾਇਆ ਜਾ ਸਕਦਾ? ਸ਼ਰਾਬ ਵੀ ਇੱਕ ਰੋਡ ਮੈਪ ਹੈ ਪੰਜਾਬ ਤੋਂ ਰੈਵਨਿਊ ਇਕੱਠਾ ਕਰਨ ਦਾ। ਨਹੀਂ, ਬਿਲਕੁਲ ਬਣਾਇਆ ਜਾ ਸਕਦਾ ਹੈ, ਪਰ ਜੇ ਲੋਕ ਪੀਣਾ ਚਾਹੁੰਦੇ ਨੇ, ਮੈਂ ਪੀਂਦਾ ਨਹੀਂ ਪਰਸਨਲੀ, ਮੈਂ ਵੈਜੀਟੇਰੀਅਨ ਹਾਂ, ਪਰ ਜੇ ਲੋਕ ਪੀਣਾ ਚਾਹੁੰਦੇ ਨੇ ਕਿ ਸਰਕਾਰ ਉਸ ਤੋਂ, ਤੁਹਾਨੂੰ ਪਤਾ ਸ਼ਰਾਬ ਜੀਐਸਟੀ ਤੋਂ ਬਾਹਰ ਹੈ। ਕੌਣ ਸਾਡੀ ਅੱਗੇ ਚੱਲੀ ਆਪਾਂ ਸੈਂਡ, ਫਿਰ ਟਰਾਂਸਪੋਰਟ, ਬਾਦਲ ਦੀ ਐਂਡੋਕ੍ਰਾਈਨ ਬੱਸਾਂ ਚੱਲਦੀਆਂ ਨੇ। ਜਿੰਨਾ ਕਿ ਮੈਂ ਗੱਲ ਸਮਝਦਾ ਕਿ ਪ੍ਰੋਡਕਸ਼ਨ ਦੀ ਲੋੜ ਹੈ, ਪ੍ਰੋਡਕਸ਼ਨ ਦਾ ਬਾਕੀ ਚੀਜ਼ਾਂ ਦੀ ਵੀ ਸੇਵਨ ਦੀ ਲੋੜ ਹੈ, ਉਦੋਂ ਬਾਅਦ ਚ ਉਹਦੀ ਸਪਲਾਈ ਦੀ ਲੋੜ ਹੈ। ਤਾਂ ਬਿਲਕੁਲ ਹੁਣ ਇੱਥੇ ਆਓ, ਬਾਕੀ ਚੀਜ਼ਾਂ ਦੀ ਕਿਉਂ ਨਹੀਂ ਹੈ? ਸਭ ਤੋਂ ਵੱਡਾ ਸਵਾਲ ਹੈ ਕਿ ਇੰਡਸਟਰੀ ਕਿਉਂ ਬਾਹਰ ਜਾਂਦੀ ਹੈ? ਇੰਡਸਟਰੀਅਲ ਪਾਲਿਸੀ ਕੀ ਹੈ? ਸਿੰਗਲ ਵਿੰਡੋ ਸਿਸਟਮ ਦੀ ਆਪਾਂ ਗੱਲ ਕਰਦੇ ਹਾਂ। ਬਿਲਕੁਲ, ਉਹ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਅਸੀਂ ਬਣਾਵਾਂਗੇ, ਸਾਈਟਾਂ ਖੋਲ ਦਾਂਗੇ, ਉੱਥੇ ਸਾਰਾ ਕੁਝ ਹੋਊਗਾ ਜਿਸ ਤਰ੍ਹਾਂ ਮੈਂ ਦਿੱਲੀ 'ਚ ਕੀਤਾ। ਯਾਰ ਕੇਜਰੀਵਾਲ ਸਾਹਿਬ ਦਾ ਜਿਹੜਾ ਮਾਡਲ ਹੈ ਨਾ, ਉਹ ਸਾਡਾ ਫੋਟੋਕਾਪੀ ਕੀਤਾ ਮਾਡਲ ਹੈ। ਤੁਸੀਂ ਨਾ ਸਿੱਧੂ ਸਾਹਿਬ ਦਾ ਇੱਕ YouTube ਚੈਨਲ ਹੈ ਜਿੱਤੇਗਾ ਪੰਜਾਬ ਕਰਕੇ, ਤੁਸੀਂ YouTube ਚੈਨਲ ਤੇ ਜਾਣਾ ਤੇ 2020 'ਚ ਪਈਆਂ ਸਾਰੀਆਂ ਵੀਡੀਓਜ਼ ਦੇਖਣਾ, ਉੱਥੇ ਸਾਰਾ ਕੁਝ ਪਿਆ ਹੈ ਤੇ ਇਹਨਾਂ ਨੇ ਚੱਕ ਕੇ ਉਹਦੀ ਫੋਟੋਕਾਪੀ ਕਰਾਈ ਹੈ। ਉਸ ਟਾਈਮ ਤੱਕ ਤਾਂ ਫਿਰਦੇ ਵੀ ਨਹੀਂ ਸੀ ਪੰਜਾਬ 'ਚ, ਅਸੀਂ ਤਾਂ ਦਿਨ ਰਾਤ ਇੱਕ ਕਰਕੇ। ਉਹ ਕਹਿੰਦੇ ਨੇ ਤੁਸੀਂ ਕਾਪੀ ਕਰਵਾਈ ਹੈ। ਮੈਂ ਤੁਹਾਨੂੰ ਕਹਿ ਰਿਹਾ ਨਾ, YouTube ਤਾਂ ਝੂਠ ਨਹੀਂ ਬੋਲੇਗਾ। ਤੁਸੀਂ 2020 ਦੀਆਂ ਸਾਰੀਆਂ ਵੀਡੀਓਜ਼ ਦੇਖ ਲਓ, ਉੱਥੇ ਇੱਕ ਨੀਤੀ ਕਿਵੇਂ ਕਰਨਾ ਹੈ ਰੇਤੇ ਦਾ, ਕੀ ਕਰਨਾ ਹੈ ਟਰਾਂਸਪੋਰਟ ਦਾ, ਸ਼ਰਾਬ ਤੋਂ ਜਿਹੜੇ ਪ੍ਰਾਈਵੇਟ ਪੂੰਜੀਪਤੀ ਵਿੱਚ ਪਾ ਰਹੇ ਹੋ ਸਰਕਾਰ ਵੱਲੋਂ। ਇਹ ਸੁਣਨਾ ਚਾਹਨਾ ਯਾਰ ਮੈਂ ਕਹਿ ਰਿਹਾ ਸਿੱਧੂ ਸਾਹਿਬ ਦਾ ਮਾਰਗਦਰਸ਼ਨ ਹੈ, ਉਹਨਾਂ ਦੀ ਸੋਚ ਹੈ ਪੰਜਾਬ ਦੇ ਭਲੇ। ਕੰਮ ਤੁਹਾਡਾ ਵੀ ਹੈ, ਮਿਹਨਤ ਤੁਹਾਡੀ ਵੀ ਉਹਦੇ ਨਾਲ ਨਾਲ। ਮੈਨੂੰ ਜਿੰਨੀ ਸਮਝ ਸੀ, ਜੋ ਮੈਂ ਪੜਿਆ ਸਿੱਖਿਆ ਸਮਝਿਆ, 15 ਸਾਲ ਮੈਂ ਅਮਰਗੜ੍ਹ 'ਚ ਬਿਤਾਏ ਆਪਣੇ ਫਾਦਰ ਨਾਲ, ਜੋ ਮੇਰੇ ਦਰਦ ਸੀ, ਮੈਂ 40 ਦੇਸ਼ਾਂ ਜਾ ਕੇ ਇੰਡੀਆ ਵਾਸਤੇ ਖੇਲਿਆ। ਜਿੰਨੀ ਕਿ ਮੈਨੂੰ ਸਮਝ ਸੀ ਤੇ ਸਿੱਧੂ ਸਾਹਿਬ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਜੁੜ ਕੇ, ਉਹਨਾਂ ਨੇ ਮੇਰੇ ਅੰਦਰ ਕੋਈ ਇਮਾਨਦਾਰੀ ਕਿਰਦਾਰ ਦੇਖਿਆ ਹੋਗਾ ਕਿ ਇਹਦੇ ਦਿਲ 'ਚ ਪੰਜਾਬ ਦੇ ਲੋਕਾਂ ਦਾ ਦਰਦ ਹੈ ਤੇ ਮਨ ਲੱਗ ਕੇ ਉਹ ਕੰਮ ਬਣਾਇਆ। ਅੱਛਾ, ਸਿੱਧੂ ਸਾਹਿਬ ਨੂੰ ਕਿੰਨਾ ਕੁ ਜਾਣਦੇ ਹੋ ਪਰਸਨਲੀ? ਜੇ ਮੈਂ ਗੱਲ ਕਰਾਂ ਸੁਭਾਅ ਦਾ, ਤੁਹਾਨੂੰ ਕੀ ਉਹਨਾਂ ਦੇ ਵਿੱਚ, ਜੇ ਮੈਂ ਗੱਲ ਕਰਾਂ ਕਿ ਕਿਹੜੀਆਂ ਤੁਹਾਨੂੰ ਖੂਬੀਆਂ ਨਹੀਂ ਗਿਆ, ਇਮਾਨਦਾਰੀ ਕਹਿ ਦੂੰਗੇ ਤੁਸੀਂ, ਜੇ ਮੈਂ ਗੱਲ ਕਰਾਂ ਕਿ ਉਹਨਾਂ 'ਚ ਕਮੀਆਂ ਕੀ ਨੇ, ਤੁਹਾਨੂੰ ਪਰਸਨਲੀ ਕੋਈ ਕਮੀ ਨਜ਼ਰ ਆਉਂਦੀ ਹੈ? ਦੇਖੋ ਸਿੱਧੂ ਸਾਹਿਬ ਦੇ ਅੰਦਰ ਬਹੁਤ ਖੂਬੀਆਂ ਨੇ, ਆਪਾਂ ਉਹਨਾਂ ਦੀ ਰੇਟਰੀ ਤਾਂ ਜਾਣਦੇ ਹਾਂ। ਉਹ ਬੜੇ ਹੀ ਪਹੁੰਚੇ ਹੋਏ ਇਨਸਾਨ ਨੇ। ਤੁਸੀਂ ਦੇਖੋ ਜਿਸ ਮੁਕਾਮ ਤੇ ਪਹੁੰਚੇ ਨੇ ਆਪਣੀ ਜ਼ਿੰਦਗੀ 'ਚ, ਕ੍ਰਿਕਟ ਹੋਵੇ, ਟੀਵੀ ਹੋਵੇ, ਰਾਜਨੀਤੀ ਹੋਵੇ, ਉਸ ਤੋਂ ਕਿਰਦਾਰ ਰੱਖਣਾ, ਮੈਨੂੰ ਲੱਗਦਾ ਬੜੇ ਪਹੁੰਚੇ ਲੋਕ ਨੇ। ਆਪਾਂ ਤਾਂ ਯਾਰ ਬੜੇ ਆਮ ਜਿਹੇ ਬੰਦੇ ਆ, ਤੁਹਾਡੇ ਸਾਹਮਣੇ ਬੈਠਾ ਜੋ ਹਾਂ ਆਹੀ ਆ, ਤੇ ਆਪਾਂ ਤਾਂ ਲੋਕਾਂ ਦਾ ਵਾਸਤੇ ਕੰਮ ਕਰਨਾ ਹੈ। ਸਿੱਧੂ ਸਾਹਿਬ ਤਾਂ ਉਹਨਾਂ ਇੱਕ ਮਿੰਟ ਜਿਹਦਾ ਇੱਕ ਰਿਸ਼ਤਾ ਹੁੰਦਾ, ਕਈ ਵਾਰ ਤੁਸੀਂ ਵੀ ਉਹਨਾਂ ਨੂੰ ਕੋਈ ਗੱਲ ਸਮਝਾ ਦਿੰਦੇ ਹੋਵੋਗੇ ਜਾਂ ਉਹ ਤੁਹਾਨੂੰ ਕੁਝ ਸਮਝਾਉਂਦੇ ਹੋਣ। ਨਹੀਂ, ਮੈਨੂੰ ਬੜਾ ਕੁਝ ਸਮਝਾਉਂਦੇ, ਮੈਂ ਬੜਾ ਕੁਝ ਸਿੱਖਦਾ। ਤੇ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਹੈ ਜਦੋਂ ਕੋਈ ਇਨਸਾਨ ਜਿਹੜੀ ਸੋਚ ਲੈ ਕੇ ਆਇਆ ਹੈ, ਉਹ ਦੂਸਰੇ ਦੀ ਸੁਣ ਕੇ, ਲੋਕਾਂ ਦੀ ਸੁਣ ਕੇ, ਸਮਝ ਕੇ ਆਪਣੀ ਸੋਚ ਨੂੰ ਬਦਲ ਸਕੇ। ਉਹ ਐਕਸੈਪਟੇਬਿਲਿਟੀ ਉਹ ਸਿੱਧੂ ਸਾਹਿਬ 'ਚ ਹੈਗੀ ਹੈ। ਹੈਗੀ ਹੈ ਸਿੱਧੂ ਸਾਹਿਬ ਹੈਗੀ ਹੈ, ਕਿਉਂਕਿ ਜੇ ਤੁਸੀਂ ਉਹਨਾਂ ਨੂੰ ਕੋਈ ਵੀ ਚੰਗੀ ਓਪੋਜੀਸ਼ਨ ਜਿੱਦੀ ਕਹਿ ਦਿੰਦੀ ਹੈ ਉਹਨਾਂ ਨੂੰ, ਮੈਨੂੰ ਲੱਗਦਾ ਉਹ ਇਸ ਲਈ ਜਿੱਦੀ ਕਹਿ ਦਿੰਦੇ ਨੇ ਕਿਉਂਕਿ ਜਿਹੜੇ ਮਸਲਿਆਂ ਤੋਂ ਅੜਦੇ ਤੇ ਲੜਦੇ ਨੇ ਨਾ, ਜਿਵੇਂ ਮਾਫੀਆ ਖਤਮ ਕਰਨਾ ਪੰਜਾਬ ਹੈਗੇ ਨੇ, ਸੋਚ ਬਦਲ ਲੈਂਦੇ ਨੇ। ਜੇ ਕੋਈ ਦੇਖੋ ਮਾਫੀਏ ਨਾਲ, ਕਰਪਸ਼ਨ ਨਾਲ ਤਾਂ ਕੋਈ ਕੰਪਰੋਮਾਈਜ਼ ਨਹੀਂ ਕਰ ਸਕਦਾ। ਇੱਥੇ ਤੁਸੀਂ ਅਮਰਗੜ੍ਹ ਵੀ ਦੇਖੋ, ਕਰਪਸ਼ਨ ਦਾ ਕਾਫੀ ਵੱਡਾ ਮੁੱਦਾ,
ਠੀਕ ਹੈ। ਹੁਣ ਕੋਈ ਉਸ ਨਾਲ ਕਹੇ ਕਿ ਮੈਂ ਕੰਪਰੋਮਾਈਜ਼ ਕਰਦਾ, ਮੈਂ ਕੰਪਰੋਮਾਈਜ਼ ਨਹੀਂ ਕਰ ਸਕਦਾ। ਕੁਝ ਚੀਜ਼ਾਂ ਨੇ ਜਿੱਥੇ ਬੰਦੇ ਨੂੰ ਜਿੱਦੀ ਹੋਣਾ ਪੈਂਦਾ। ਕੋਈ ਬਿਊਰੋਕ੍ਰੇਸੀ, ਕੋਈ ਅਫਸਰ, ਕੋਈ ਵੀ ਇਨਸਾਨ ਕਿਸੇ ਵੀ ਅਹੁਦੇ ਤੇ ਹੋਵੇ, ਉਹ ਪੈਸੇ ਲਵੇ ਕਿਸ ਕੰਮ ਵਾਸਤੇ, ਉਹਦੇ ਖਿਲਾਫ ਤਾਂ ਆਵਾਜ਼ ਚੱਕਣੀ ਪਏਗੀ, ਲੜਨਾ ਪਏਗਾ। ਉਹ ਵੀ ਮਾਫੀਆ ਜਿਹੜਾ ਪੰਜਾਬ ਨੂੰ ਖਤਮ ਕਰ ਰਿਹਾ ਸਟੇਟ ਸੂਬੇ ਲੈਵਲ ਤੇ, ਉਹਦੇ ਖਿਲਾਫ ਵੀ ਲੜਨਾ ਬਹੁਤ ਜ਼ਰੂਰੀ ਹੈ। ਮੈਂ ਸਿੱਧੂ ਸਾਹਿਬ ਤੇ ਸੀਗਾ ਕਿ ਕਮੀ ਕੀ ਨਜ਼ਰ ਆਂਦੀ ਹੈ ਕੋਈ? ਨਹੀਂ, ਮੈਂ ਐਕਚੁਅਲੀ ਨਾ ਮੇਰੇ ਬਹੁਤ ਸਤਿਕਾਰਯੋਗ ਨੇ, ਮੈਨੂੰ ਭਾਜੀ ਇਸ ਰਾਤ ਤੇ ਨਾ ਪਾਓ, ਆਪਾਂ ਤਾਂ ਕਿਸੇ 'ਚ ਕਮੀ ਨਹੀਂ ਕਰਦੇ। ਅੱਛਾ ਜੀ, ਆਪਾਂ ਪਰ ਇਹ ਕਹਿੰਦੇ ਆ ਕਿ ਬਹੁਤ ਸਾਰੀ ਆਪੋਜੀਸ਼ਨ ਹੈ, ਬਹੁਤ ਸਾਰੇ ਲੋਕ ਨੇ, ਮੈਂ ਬੜੇ ਸਤਿਕਾਰਯੋਗ ਲੋਕਾਂ ਦਾ ਨਾਮ ਵੀ ਲਿਆ ਕਾਫੀ ਪਾਰਟੀਆਂ ਦੇ, ਮੈਂ ਸਭ ਦਾ ਬੜਾ ਆਦਰ ਮਾਨ ਸਤਿਕਾਰ ਕਰਦਾ। ਆਪਣਾ ਦਾ ਬੜਾ ਸਿੰਪਲ ਹੈ ਸੰਘਰਸ਼ ਹੈ। ਗੁਰੂ ਕਿਹਨੂੰ ਮੰਨਦੇ ਹੋ? ਮੈਂ ਸਿਆਸਤ ਗੁਰੂ ਆਪਣੇ ਫਾਦਰ ਸਾਹਿਬ ਨੂੰ ਮੰਨਦਾ। ਮੈਂ ਬਚਪਨ ਤੋਂ ਮੈਂ ਬੜਾ ਉਹਨਾਂ ਦੀ, ਮੈਂ ਇੱਥੇ ਆਇਆ ਨਾ ਭਾਜੀ ਤੇ 127 ਪਿੰਡ ਨੇ, ਤੇ ਮੈਨੂੰ ਲੱਗਦਾ ਹੈ ਕਿ ਮੇਰੇ 127 ਪਿੰਡਾਂ ਚੋਂ 120 ਪਿੰਡਾਂ ਦੇ ਸਰਪੰਚ ਮੁੜਵਰ ਲੋਕ, ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਤੇ ਮੈਨੂੰ ਇਹ ਕਿਹਾ ਕਿ ਯਾਰ ਤੇਰੇ ਫਾਦਰ ਨੇ ਜਿਹੜੇ ਕੰਮ ਕਰਾ ਕੇ ਗਏ ਤੇ ਅੱਜ ਤੱਕ ਦੁਬਾਰਾ ਨਹੀਂ ਹੋਇਆ। ਮੇਰੇ ਵਾਸਤੇ ਬੜੀ ਗੱਲ ਹੈ। ਆਪਣੇ ਪਿਤਾ ਧੰਨਵਾਦ ਸਿੰਘ ਹੋਰਾਂ ਨੂੰ ਆਪਣਾ ਗੁਰੂ ਮੰਨਦੇ ਸਿਆਸਤ ਦੇ? ਜੀ, ਮੈਂ ਉਹਨਾਂ ਦੇ ਦਿਖਾਏ ਰਾਹ ਤੇ ਚੱਲਣਾ ਚਾਹੂੰਗਾ। ਤੇ ਬਾਕੀ ਸਿੱਧੂ ਸਾਹਿਬ ਨੇ ਮੈਨੂੰ ਬੜਾ ਚੰਗੀ ਲੇ ਤੇ ਪਾਇਆ, ਮੈਂ ਕੁਝ ਕਰਨਾ ਚਾਹੁੰਦਾ ਸੀ, ਉਹਨਾਂ ਨੇ ਮੌਕਾ ਦਿੱਤਾ। ਕੀ ਲੱਗਦਾ ਕਿ ਪੰਜਾਬ ਦੀ ਇਸ ਵਾਰ ਕੀ ਜਨਤਾ ਦਾ ਮੂਡ ਕੀ ਲੱਗ ਰਿਹਾ ਪੂਰੇ ਪੰਜਾਬ ਦੀ, ਜੇ ਮੈਂ ਗੱਲ ਕਰਾਂ ਅਮਰਗੜ੍ਹ ਛੱਡ ਕੇ? ਇਮੋਸ਼ਨਲ ਹੋ ਗਏ ਪਿਤਾ ਜੀ ਦੀ? ਅਜੇ ਪਿਤਾ ਜੀ ਕਾਫੀ ਥੋੜੇ ਬਿਮਾਰ ਨੇ ਅੱਜਕੱਲ। ਦੇਖੋ, ਲੋਕਾਂ ਨੇ ਫੈਸਲਾ ਲੈਣਾ। ਅਸਲ ਵਿੱਚ ਲੜਾਈ ਲੋਕਾਂ ਦੀ ਲੜਾਈ ਹੈ। ਮੈਂ ਤਾਂ ਕੀ ਹਾਂ ਯਾਰ, ਸਾਡੇ ਕੋਲ ਤਾਂ ਮੈਂ ਤੁਹਾਨੂੰ ਕਿਹਾ ਮੇਰੇ ਫਾਦਰ ਸਾਹਿਬ 10 ਸਾਲ ਐਮਐਲਏ ਰਹੇ ਆ, ਤੇ ਸਾਡੇ ਕੋਲ ਨਾ ਚੰਡੀਗੜ੍ਹ ਘਰ ਹੈ, ਨਾ ਪਟਿਆਲੇ, ਨਾ ਲੁਧਿਆਣੇ। ਜਿਹੜਾ ਮੇਰੇ ਦਾਦਾ ਜੀ ਦਾ ਘਰ ਸੀ ਨਾ ਪਿੰਡ, ਅੱਜ ਵੀ ਉੱਥੇ ਰਹਿੰਦੇ ਆ ਤੇ ਖੇਤੀ ਕਰਦੇ ਆ। ਸਾਡੇ ਕੋਲ ਤਾਂ ਆਹੀ ਹੈ। ਅਸੀਂ ਤਾਂ ਮਿਹਨਤ ਕਰ ਸਕਦੇ ਹਾਂ। ਮੈਂ ਅਮਰਗੜ੍ਹ ਵਾਸਤੇ ਜੀਨ ਜਾਨ ਲਾ ਕੇ ਮਿਹਨਤ ਕਰ ਸਕਦਾ। ਜੇ ਦੇਸ਼ ਵਾਸਤੇ ਕਰ ਸਕਦਾ, ਤਿਰੰਗਾ ਲਹਿਰਾ ਸਕਦਾ, ਤੇ ਪੰਜਾਬ ਵਾਸਤੇ ਕਰ ਸਕਦਾ, ਤੇ ਅਮਰਗੜ੍ਹ ਵਾਸਤੇ ਕਰਾਂਗਾ। ਲੋਕਾਂ ਦੇ ਹਰ ਸੁਪਨੇ ਤੇ ਖੜਾ ਉਤਰਨ ਦੀ ਕੋਸ਼ਿਸ਼ ਕਰਾਂਗਾ। ਔਰਤਾਂ ਦੀ ਲੜਾਈ, ਮਜ਼ਦੂਰਾਂ ਦੀ ਲੜਾਈ, ਕਿਸਾਨਾਂ ਦੀ ਲੜਾਈ, ਵਪਾਰੀ ਵਰਗ ਦੀ ਲੜਾਈ, ਵਾਰਡਾਂ ਦੀ ਤਰੱਕੀ ਦੀ ਲੜਾਈ, ਹਰ ਪਿੰਡ 'ਚ ਕੀ ਫੈਸਲੇ ਹੋਣੇ ਚਾਹੀਦੇ ਨੇ, ਕਿਸ ਤਰ੍ਹਾਂ ਤਰੱਕੀ ਹੋਣੀ ਚਾਹੀਦੀ ਹੈ, ਉਸ ਦੀ ਲੜਾਈ, ਪੰਚਾਂ ਸਰਪੰਚਾਂ ਨੂੰ ਉਹਨਾਂ ਦੀ ਪੂਰੀ ਤਾਕਤ ਦੇਣ ਦੀ ਲੜਾਈ, ਕਿ ਪੰਚਾਇਤੀ ਰਾਜ ਪੰਜਾਬ 'ਚ ਪੂਰਾ ਲਾਗੂ ਹੋਵੇ। ਕੋਈ ਅਫਸਰਾਂ ਦੇ ਥਰੂ ਨਾ ਚੱਲੇ। 12,700 ਪਿੰਡ ਨੇ ਪੰਜਾਬ 'ਚ, 200 ਸ਼ਹਿਰ ਨੇ, ਪਰ ਸਾਰੀਆਂ ਤਾਕਤਾਂ 4 ਕਮਰਿਆਂ 'ਚ ਪਈਆਂ ਚੰਡੀਗੜ੍ਹ। ਉਹ ਵਾਪਸ ਲਿਆਂਦੀਆਂ ਜਾਣ, ਕਿਉਂਕਿ 4 ਕਮਰੇ ਮਾਫੀਆ ਵਾਸਤੇ ਕੰਟਰੋਲ ਕਰਨੇ ਆਸਾਨ ਨੇ। ਜੇ ਪਿੰਡ ਦੇ ਲੋਕ ਆਪਦੇ ਫੈਸਲੇ ਲੱਗੇ ਤਾਂ ਬੜਾ ਮੁਸ਼ਕਿਲ ਹੈ। ਤਾਂ ਮੇਰਾ ਸੁਪਨਾ ਕੀ ਹੈ? ਮੇਰਾ ਸੁਪਨਾ ਤਾਂ ਇਹ ਤਾਕਤ ਲੈ ਕੇ ਵਾਪਸ ਉਹਨਾਂ ਨੂੰ ਦੇਣ ਦਾ ਸੁਪਨਾ। ਤੇ ਪੰਜਾਬ ਮਾਡਲ ਸੁਪਨਾ ਵੀ ਇਹ ਸੀ। ਤੁਸੀਂ ਦੇਖੋ, ਉਹ 13 ਪੁਆਇੰਟ ਕਿਉਂ ਕਹਿੰਦੇ ਸੀ ਆਪਾਂ? ਉਹ ਬਾਬਾ ਨਾਨਕ ਦੇ 13 ਤੋਂ ਇੰਸਪਾਇਰਡ ਸੀ ਕਿ ਇਹ ਇਹੋ ਜਿਹਾ ਮਾਡਲ ਬਣਾਵਾਂਗੇ ਜਿਹਦੇ ਨਾਲ ਲੋਕਾਂ ਦੀ ਤਾਕਤ ਨੂੰ ਵਾਪਸ ਦੇ ਪਾਵਾਂਗੇ। ਆਖਰੀ ਸਵਾਲ, ਅੱਜ ਨਵਜੋਤ ਸਿੰਘ ਸਿੱਧੂ ਤੁਹਾਡੇ ਹੱਕ ਦੇ ਵਿੱਚ ਇੱਥੇ ਰੈਲੀ ਕਰਨ ਆ ਰਹੇ ਨੇ, ਕੀ ਲੱਗਦਾ, ਕੀ ਆਸ ਹੈ, ਕੀ ਦੇ ਕੇ ਜਾਣਗੇ, ਕੀ ਕਹਿ ਕੇ ਜਾਣਗੇ ਅਮਰਗੜ੍ਹ ਵਾਲਿਆਂ ਨੂੰ? ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਜੋ ਸੱਚ ਹੈ ਉਹੀ ਕਹਿ ਕੇ ਜਾਣਗੇ। ਮੈਂ ਵੀ ਸੁਣਨਾ ਚਾਹਾਂਗਾ। ਉਮੀਦ ਕਰਦੇ ਹਾਂ ਕਿ ਤੁਹਾਡੇ ਪਿਤਾ ਜੀ ਵੀ ਜਲਦੀ ਸਿਹਤਯਾਬ ਹੋਣ ਤੇ ਨਾਲ ਦੀ ਨਾਲ ਜਿਹੜਾ ਤੁਸੀਂ ਸੁਨਹਿਰੇ ਪੰਜਾਬ ਦਾ ਸੁਪਨਾ ਦੇਖਿਆ ਹੈ ਉਹ ਵੀ ਜਲਦ ਤੋਂ ਜਲਦ ਪੂਰਾ ਹੋਵੇ। ਪਰ ਇਹ ਤਾਂ ਸਮਾਂ ਦੱਸੂਗਾ ਅਮਰਗੜ੍ਹ ਦੇ ਲੋਕ ਤੁਹਾਨੂੰ ਇੱਥੋਂ ਦੀ ਸੱਤਾ ਦੇ ਵਿੱਚ ਲੈ ਕੇ ਆਉਂਦੇ ਨੇ ਜਾਂ ਫਿਰ ਨਹੀਂ। ਆਸ ਕਰਦੇ ਹਾਂ ਕਿ ਤੁਹਾਨੂੰ ਇਹ ਇੰਟਰਵਿਊ ਚੰਗੀ ਲੱਗੀ ਹੋਗੀ। ਮੈਂ ਚਾਹੂੰਗਾ ਕਿ ਆਪਣੇ ਕੀਮਤੀ ਸੁਝਾਅ ਨੀਚੇ ਕਮੈਂਟ ਦਿੱਤੇ ਬਾਕਸ ਦੇ ਵਿੱਚ ਜ਼ਰੂਰ ਕਰਕੇ ਦਿਓ। ਤੁਸੀਂ ਦੇਖ ਰਹੇ ਸੀ ਰੋਜ਼ਾਨਾ ਸਪੋਕਸਮੈਨ, ਕੈਮਰੇ ਦੇ ਪਿੱਛੇ ਮੇਰਾ ਸਾਥ ਦਿੱਤਾ ਮੇਰੇ ਸਹਿਯੋਗੀ ਦਲਜੀਤ ਨੇ। ਮੈਂ ਸ਼ਸ਼ਮ ਨਾਗਰਾ, ਧੰਨਵਾਦ।